ਸਿੱਖ ਚੈਨਲ ਦੇਖ ਰਹੀ ਯੂਕੇ ਯੂਰਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਿੰਦਰ ਸਿੰਘ ਗਿੱਲ ਤੇ ਅਸੀਂ ਅੱਜ ਪਹੁੰਚੇ ਹਾਂ ਦਲ ਖਾਲਸਾ ਦੇ ਆਫਿਸ ਦੇ ਵਿੱਚ। ਦਲ ਖਾਲਸਾ ਦੇ ਆਫਿਸ ਦੇ ਵਿੱਚ ਆਉਣ ਦਾ ਮਕਸਦ ਕੀ ਆ ਕਿ ਉਹਨਾਂ ਦੁਆਰਾ ਅੱਜ ਭਾਰਤ ਦੇ ਵਿੱਚ 17ਵੀਂ ਲੋਕ ਸਭਾ ਦੀ ਜਿਹੜੀ ਇਲੈਕਸ਼ਨ ਹੋ ਰਹੀ ਆ ਉਸ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਣੀ ਆ। ਸੋ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ, ਕਿਉਂਕਿ ਤੁਸੀਂ ਜਾਣਦੇ ਹੋ ਦਲ ਖਾਲਸਾ ਜਿਹੜਾ ਆ 15 ਅਗਸਤ 26 ਜਨਵਰੀ ਤੇ ਵੀ ਵੱਡੇ ਮਾਰਚ ਕੱਢਦਾ ਆ ਤੇ ਰੈਫਰੈਂਡਮ 2020 ਜਿਸ ਤਰ੍ਹਾਂ ਦੇ ਨਾਲ ਉਸ ਦਾ ਜਿਹੜਾ ਆ ਉਹ ਸਰਵੇ ਚੱਲ ਰਿਹਾ ਆ ਕਿ ਕਿੰਨੇ ਲੋਕ ਜਿਹੜੇ ਉਸ ਦੇ ਨਾਲ ਹੈਗੇ ਆ ਜਾਂ ਕਿੰਨੇ ਲੋਕ ਚਾਹੁੰਦੇ ਆ ਕਿ ਭਾਰਤ ਦੇ ਨਾਲੋਂ ਅਲੱਗ ਹੋ ਕੇ ਇੱਕ ਵੱਖਰਾ ਖਿੱਤਾ ਜਿਹੜਾ ਉਹ ਬਣਾਇਆ ਜਾਵੇ। ਸੋ ਇਸ ਤਰ੍ਹਾਂ ਦੇ ਨਾਲ ਅੱਜ ਵੀ ਜਿਹੜੀ ਪ੍ਰੈਸ ਕਾਨਫਰੰਸ ਹੋਣ ਜਾ ਰਹੀ ਆ ਉਹ ਦੇਖਦੇ ਆ ਕਿ ਉਸ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਆ। ਇਲੈਕਸ਼ਨ ਦੇ ਬਾਈਕਾਟ ਦੀ ਗੱਲ ਜਿਹੜੀ ਆ ਉਹ ਹੋ ਰਹੀ ਆ। ਸੋ ਕੀ ਕੁਝ ਹੋਰ ਗੱਲਾਂ ਜਿਹੜੀਆਂ ਉਹ ਕਹੀਆਂ ਜਾਂਦੀਆਂ, ਆਓ ਤੁਹਾਨੂੰ ਦਿਖਾਉਂਦੇ ਆ ਪ੍ਰੈਸ ਕਾਨਫਰੰਸ। लोक सभा चोणां जिहड़ियां वो डिकलेयर होईयां ने। हरेक पार्टी ने अपना अपना जो उन्हां दा नीति प्रोग्राम सी इस चोणां दे विच ओह दित्ता है। असीं भी पिछले दिनां दे विच साडी एग्जैक्टिव बॉडी ते साडी वर्किंग कमेटी उन्हां सारिਆਂ ने विचार करके जो ये चोणां दे संबंध विच दल खालसा ने नीति बनाई है वो नीति पत्तर है जिहड़ा वो आप जी के हत्थों दे विच है। इस नीति पत्तर के जिहड़े मोटे मोटे नुकते ने मैं आप जी के नाल साझे कर लैना, नहीं तो पढ़ लो तुसीं। इस पहले नंबर ते दल खालसा जिहड़ी आ ये गुरु ग्रंथ पंथ नूं समर्पित जथेबंदी है अते जो इहदा अज दा स्वरूप है ये अगस्त 1978 दे विच मुड़ सरजीत होया सीगा। और दल खालसा दा जो निशाना है वो एक प्रभु सत्ता सपन स्टेट दा लेना है। और इस संबंध दे विच ही पिछले 10 सालों तो असी इस खेत्र दे विच जो कौम नूं एक राजनीतिक धार्मिक समाजिक जथेबंदी होने करके मतलब जो साडा फर्ज बनता है उसी समय समय सिर अदा किया। असी ये समझते हैं इस चोणां दे संबंध दे विच कि इन्हां चोणां दे विच हिस्सा नहीं लेना चाहिए। ये साडी पार्टी का फैसला है कि असी इन्हां चोणां दे विच पार्टिसिपेट नहीं करना। इसके कई कारण ने चोणां दे विच पार्टिसिपेट ना करन दे, क्योंकि पिछले 1947 तो आलमोस्ट बहुत पार्टियां जिहड़ियां ने अकाली होए कांग्रेसी भाजपा वाले जिहड़े आ जिहड़े अपने अपने कैंडीडेट इस नीतियां दे विच इस चोणां दे राहीं जिता के पार्लीमेंट दे विच भेजदे ने। और पंजाब तो भी जित के 13 पार्लीमेंट मैंबर जाते हैं। कभी भी अज तक मतलब कोई ऐदां दी जिहड़ी कौम प्रति या पंजाब के प्रति चंगी नीति सीगी वो नहीं बना के लैके आए, सगों दिन पर दिन पंजाब की जिहड़ी हालत है वो खराब होए आ। पंजाब का जो हक साडे आ जिहड़े असीं लैणे सीगे जो हक वो हक भी मतलब इन्होंने एक दरकिनारे कर दिते आ साडे। सो उस नीति के संबंध विच असीं ये समझते हैं कि बिल्कुल जिहड़ा
ਇਹਨਾਂ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈਣਾ ਚਾਹੀਦਾ। ਇਹ ਚੋਣਾਂ ਪੰਜਾਬ ਦੇ ਲੋਕਾਂ ਨੂੰ ਕੁਛ ਨਹੀਂ ਦੇ ਸਕਦੀਆਂ। ਉਹਨਾਂ ਦਾ ਕੋਈ ਵੀ ਜਿਹੜਾ ਸਾਡਾ ਪੰਜਾਬ ਦਾ ਮਸਲਾ ਹੱਲ ਨਹੀਂ ਹੋ ਸਕਦਾ, ਕਿਉਂਕਿ ਸਾਡਾ ਨਿਸ਼ਾਨਾ ਤਾਂ ਚਾਹੇ ਬੇਸ਼ੱਕ ਇੱਕ ਪ੍ਰਭੂ ਸੱਤਾ ਸਪਨ ਸਟੇਟ ਹੈ, ਇੱਕ ਆਜ਼ਾਦ ਦੇਸ਼ ਹੈ ਜਿਹਦੀ ਅਸੀਂ ਮੰਗ ਕਰਦੇ ਹਾਂ, ਪਰ ਜਿਹੜੀਆਂ ਦੂਜੀਆਂ ਕਈ ਜਥੇਬੰਦੀਆਂ ਨੇ ਇੱਦਾਂ ਦੀਆਂ, ਉਹਨਾਂ ਦਾ ਨਿਸ਼ਾਨਾ ਇਹ ਨਹੀਂ ਹੈਗਾ। ਉਹ ਚੋਣਾਂ 'ਚ ਵੀ ਹਿੱਸਾ ਲੈ ਰਹੀਆਂ ਨੇ ਮਤਲਬ, ਔਰ ਉਹ ਆਪਣੇ ਆਲਰੇਡੀ ਕੈਂਡੀਡੇਟ ਵੀ ਜਿਹੜੇ ਪਹਿਲਾਂ ਵੀ ਭੇਜਦੀਆਂ ਆਈਆਂ ਨੇ 70 ਸਾਲਾਂ ਤੋਂ। ਅਸੀਂ ਇਹ ਸਮਝਦੇ ਹਾਂ ਵੀ ਉਹਨਾਂ ਨੇ ਕੋਈ ਵੀ ਮਤਲਬ ਉਹਨਾਂ ਭੇਜਿਆ ਕੈਂਡੀਡੇਟਾਂ ਨੇ ਕੋਈ ਵੀ ਕੰਮ ਨਹੀਂ ਕੌਮ ਲਈ ਕੀਤਾ, ਸਗੋਂ ਉਹ ਇੱਕ ਸਟੇਟ ਦਾ ਹਿੱਸਾ ਬਣ ਕੇ ਰਹਿ ਗਏ। ਉੱਧਰ ਜਾ ਕੇ ਉਹਨਾਂ ਨੇ ਜਿੰਨੇ ਵੀ ਕੰਮ ਕੀਤੇ ਆ, ਉਹਨਾਂ ਨੇ ਆਪਣੀ ਮਤਲਬ ਨਿਰਸਵਾਰਥ ਲਈ ਕੀਤੇ ਆ। ਉਹ ਪੰਜਾਬ ਦੇ ਅਤੇ ਪੰਜਾਬ ਦੇ ਹੱਕਾਂ ਦੇ ਸਿੱਖ ਕੌਮ ਦੇ ਅਗੇਂਸਟ ਹੀ ਗਏ ਆ ਜਿੰਨੀ ਵੀ ਉਹਨਾਂ ਨੇ। ਔਰ ਇਸੇ ਪਿਛਲੇ 70 ਸਾਲਾਂ ਦੀ ਨੀਤੀ ਨੂੰ ਅਸੀਂ ਸਮਝਦੇ ਹਾਂ ਕਿ ਸਾਨੂੰ ਚੋਣਾਂ ਜਿਹੜੀਆਂ ਉਹ ਪੰਜਾਬ ਦੇ ਲੋਕਾਂ ਨੂੰ ਕਦੇ ਨਹੀਂ ਲੈਣੀਆਂ ਚਾਹੀਦੀਆਂ, ਕਿਉਂਕਿ ਸਾਨੂੰ ਚਾਹੀਦਾ ਸੈਲਫ ਡਿਟਰਮੀਨੇਸ਼ਨ ਦੀ ਡਿਮਾਂਡ ਦਲ ਖਾਲਸਾ ਕਾਫੀ ਲੰਬੇ ਸਮੇਂ ਤੋਂ ਕਰਦਾ ਆ ਰਿਹਾ ਵੀ ਸਾਨੂੰ ਸਾਡਾ ਸੈਲਫ ਡਿਟਰਮੀਨੇਸ਼ਨ ਸਵੈ ਨਿਰਣੇ ਦਾ ਹੱਕ ਹੈ ਜਿਹੜਾ ਉਹ ਸਾਨੂੰ ਦਿੱਤਾ ਜਾਵੇ। ਔਰ ਉਹਦੀ ਜਿਹੜੀ ਪਹਿਲੀ ਪ੍ਰਕਿਰਿਆ ਹੈ ਰੈਫਰੈਂਡਮ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਕਰਾਈ ਜਾਣੀ ਚਾਹੀਦੀ ਹੈ ਜਿੰਨੀ ਤੋਂ ਜਿੰਨੀ ਛੇਤੀ ਤੋਂ ਛੇਤੀ UNO ਦੇ ਅੰਡਰ ਹੋਣ, ਜਾਂ ਉਹ ਇੱਦਾਂ ਦਾ ਜਿਹੜਾ ਢਾਂਚਾ ਆ ਜਿੱਦਾਂ ਦਾ ਢਾਂਚਾ ਸਕਾਟਲੈਂਡ ਦੇ ਵਿੱਚ ਕਿਊਬਿਕ ਦੇ ਵਿੱਚ ਉਹਨਾਂ ਨੇ ਕਿਊਬਿਕ 'ਚ ਮੌਂਟਰੀਅਲ ਨੂੰ ਇੰਗਲੈਂਡ ਦੇ ਵਿੱਚ ਸਕਾਟਲੈਂਡ ਨੂੰ ਦਿੱਤਾ, ਜਾਂ ਹਿੰਦੁਸਤਾਨ ਇੱਦਾਂ ਦਾ ਕੋਈ ਕਾਨੂੰਨ 'ਚ ਤਬਦੀਲੀ ਲਿਆਵੇ, ਕੋਈ ਇੱਦਾਂ ਦਾ ਖਾਸਾ ਤਿਆਰ ਕਰੇ, ਉਹਦੇ ਵਿੱਚ ਉਹ ਚੋਣਾਂ ਦਾ ਹੱਕ ਹੈ ਜਿਹੜਾ ਉਹ ਪੰਜਾਬ ਦੇ ਲੋਕਾਂ ਨੂੰ ਰੈਫਰੈਂਡਮ ਹੈ ਜਿਹੜਾ ਉਹ ਦਿੱਤਾ ਜਾਵੇ, ਸਵੈ ਨਿਰਣੇ ਦਾ ਹੱਕ ਹੈ ਜਿਹੜਾ ਪਾਉਣਾ। ਫਿਰ ਅਸੀਂ ਉਹਨਾਂ ਚੋਣਾਂ ਦੇ ਵਿੱਚ ਹਿੱਸਾ ਵੀ ਹਰ ਹਾਲਤ ਦੇ ਵਿੱਚ ਲਵਾਂਗੇ। ਔਰ ਇਹ ਫਿਰ ਸ਼ਰਤ ਹੈ ਕਿ ਉਹ ਚੋਣਾਂ ਜਿਹੜੀਆਂ ਉਹ ਕਿਸੇ UNO ਜਾਂ ਕਿਸੇ ਜਥੇਬੰਦੀ ਦੇ ਥੱਲੇ ਹੋਣੀਆਂ ਚਾਹੀਦੀਆਂ ਨੇ। ਇੱਥੇ ਕੋਈ ਆਜ਼ਾਦੀ ਨਹੀਂ ਪਿਛਲੇ ਸਮੇਂ ਤੋਂ, ਜਦੋਂ ਤੋਂ ਖਾਸ ਕਰਕੇ ਜਦੋਂ ਤੋਂ ਮੋਦੀ ਦਾ ਰਾਜ ਆਇਆ, ਬਹੁਤ ਤਰ੍ਹਾਂ ਦੀਆਂ ਮਤਲਬ ਧਾਰਮਿਕ ਖੇਤਰ ਦੇ ਵਿੱਚ, ਰਾਜਨੀਤਿਕ ਖੇਤਰ ਦੇ ਵਿੱਚ, ਸਮਾਜ ਦੇ ਖੇਤਰ ਦੇ ਵਿੱਚ ਜਿਹੜੀਆਂ ਇੱਦਾਂ ਦੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੇ ਘੱਟ ਗਿਣਤੀ ਨੂੰ ਦਬੋਚਿਆ, ਘੱਟ ਗਿਣਤੀ ਦੇ ਹੱਕਾਂ ਨੂੰ ਦਬੋਚਿਆ। ਸ਼੍ਰੀਨਗਰ ਦੀ ਪ੍ਰੋਬਲਮ ਹੈ ਜਿਹੜੀ ਬਹੁਤ ਸੀਰੀਅਸ ਪ੍ਰੋਬਲਮ ਹੈ ਉਹ ਉਸ ਨੂੰ ਮਤਲਬ ਇਹਨਾਂ ਲੋਕਾਂ ਨੇ ਉਹਦਾ ਹੱਕ ਦਵਾਈ ਰੱਖਿਆ, ਘੱਟ ਗਿਣਤੀਆਂ ਦਾ ਹੱਕ। ਔਰ ਅਸੀਂ ਇਹ ਸਮਝਦੇ ਹਾਂ ਵੀ ਜੇ ਅੱਜ ਹਿੰਦੁਸਤਾਨ ਦੇ ਵਿੱਚ ਕਿਸੇ ਕੌਮ ਨੇ ਰਹਿਣਾ ਹੈ, ਉਹ ਘੱਟ ਗਿਣਤੀ ਦੇ ਵਿੱਚ ਹੈ, ਤਾਂ ਉਹਨੂੰ ਹਰ ਹਾਲਤ ਦੇ ਵਿੱਚ ਬਹੁਤ ਗਿਣਤੀ ਦੀ ਸਰਦਾਰੀ ਮੰਨ ਕੇ ਇਸ ਖਿੱਤੇ ਦੇ ਵਿੱਚ ਰਹਿਣਾ ਪਏਗਾ। ਅਗਰ ਇੱਥੇ ਰਹਿਣਾ ਆਜ਼ਾਦ ਕਿਸੇ ਚੀਜ਼ ਦਾ ਸੁਪਨਾ ਲੈਣ ਦੇ ਬਰਾਬਰ ਹੀ ਹੈ। ਸੋ ਇਹਨਾਂ ਕਾਰਨ ਅਸੀਂ ਪੰਜਾਬ ਦੇ ਲੋਕਾਂ ਨੂੰ ਆਪਣਾ ਇੱਕ ਸੁਨੇਹਾ ਵੀ ਦਿੰਦੇ ਹਾਂ ਇਸ ਗੱਲ ਦਾ ਕਿ ਇਹਨਾਂ ਦੇ ਵਿੱਚ ਕਿਸੇ ਹਾਲਤ ਦੇ ਵਿੱਚ ਹਿੱਸਾ ਨਾ ਲਿਆ ਜਾਵੇ। ਔਰ ਇਹ ਗੱਲ ਚੇਤੇ ਰੱਖੀ ਜਾਵੇ ਕਿ ਪਿਛਲੇ ਲੰਬੇ ਸਮੇਂ ਦੇ ਵਿੱਚ, ਪਿਛਲੇ 7 ਦਹਾਕਿਆਂ ਦੇ ਵਿੱਚ ਕਿਵੇਂ ਮਤਲਬ ਹਿੰਦੁਸਤਾਨ ਦੇ ਨੀਤੀ ਘਾੜਿਆਂ ਨੇ ਜਿਨ੍ਹਾਂ ਨੇ ਦੀ ਅਸੈਂਬਲੀ ਪਾਰਲੀਮੈਂਟ ਬਣ ਰਹੀ ਹੈ, ਉਹਨਾਂ ਨੇ ਕਿਸ ਤਰੀਕੇ ਨਾਲ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਨੂੰ ਲੁੱਟਿਆ, ਕਿਸ ਤਰੀਕੇ ਨਾਲ ਉਹਨਾਂ ਨੇ ਸਾਡੇ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਦੇ ਵਿੱਚ ਮਾਰ ਮੁਕਾ ਕੇ ਐਕਸਟਰਾ ਜੁਡੀਸ਼ੀਅਲ ਕਿਲਿੰਗ ਕਰਕੇ ਮਤਲਬ ਕਿ ਇਹ ਇਸ ਤਰੀਕੇ ਦੇ ਨਾਲ ਦਿੱਤੇ ਹੋਏ ਅੱਜ ਤੱਕ ਵੀ ਜਿਹੜਾ ਸਾਡੀ ਕੌਮ ਨੂੰ ਇਨਸਾਫ ਵੀ ਨਹੀਂ ਦਿੱਤਾ ਉਸ ਤੋਂ ਬਾਅਦ। ਸੋ ਇਸ ਗੱਲ ਨੂੰ ਪਾਉਣ ਵਾਲੇ ਵੋਟਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹਿੰਦੁਸਤਾਨ ਦੀ ਗੌਰਮੈਂਟ ਦੀਆਂ ਜਿਹੜੀਆਂ ਸਿੱਖਾਂ ਦੇ ਪ੍ਰਤੀ, ਪੰਜਾਬ ਦੇ ਖੇਤਾਂ ਦੇ ਪ੍ਰਤੀ ਕੀ ਪਾਲਿਸੀਆਂ ਆ, ਕਿੱਦਾਂ ਦੇ ਕੰਮ ਨੇ। ਇਹ ਤਾਂ ਇੱਦਾਂ ਦਾ ਇੱਕ ਕੰਟਰੀ ਵੀ ਬਣ ਕੇ ਰਹਿ ਚੁੱਕਿਆ ਕਿ ਇਸ ਕੰਟਰੀ ਦਾ ਕੋਈ ਔਰਗਨ ਚੰਗਾ ਕੰਮ ਵੀ ਕਰਨਾ ਚਾਹੇ ਤੇ ਇਸ ਜਿਹੜੇ ਲੋਕ ਆ ਕਰ ਲੈਂਦੇ। ਪਿਛਲੇ ਦਿਨਾਂ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਇਹਨੂੰ ਵਿਜੇ ਪ੍ਰਤਾਪ ਨੂੰ ਬਦਲ ਦਿੱਤਾ, ਜਿਹੜਾ ਕਿ ਇੱਕ ਇਨਸਾਫ ਦੇ ਰਿਹਾ ਸੀਗਾ ਔਰ ਉਹ ਇਲੈਕਸ਼ਨ ਕਮਿਸ਼ਨ ਦਾ ਗਲਤ ਡਿਸੀਜਨ ਸੀਗਾ। ਮਤਲਬ ਅਸੀਂ ਕਹਿੰਦੇ ਵੀ ਜੇ ਕੋਈ ਅੰਗ ਇੱਦਾਂ ਦਾ ਦੇਸ਼ ਦਾ ਕੋਈ ਇਨਸਾਫ ਵੀ ਕਿਤੇ ਦੇਣਾ ਚਾਹੁੰਦਾ ਤਾਂ ਵੀ ਇੱਥੋਂ ਦੇ ਜਿਹੜੇ ਮੌਜੂਦਾ ਦੇਸ਼ ਦੇ ਕੌਮੀ ਨੀਤੀ ਘਾਟੇ ਨੇ ਉਹ ਘੱਟ ਗਿਣਤੀਆਂ ਨੂੰ ਉਹਦਾ ਇਨਸਾਫ ਵੀ ਲੈਣ ਨਹੀਂ ਦੇਣਾ ਚਾਹੁੰਦੇ। ਇੱਦਾਂ ਦਾ ਸਿਸਟਮ ਹੈ ਜਿਹੜਾ ਉਹ ਕ੍ਰੀਏਟ ਕਰਦੇ ਆ। ਇਹ ਮਿਸਾਲ ਹੈ। ਔਰ ਅਸੀਂ ਇਹ ਸਮਝਦੇ ਸੀਗੇ ਵੀ ਇਲੈਕਸ਼ਨ ਕਮਿਸ਼ਨ ਹੈ ਜਿਹੜਾ ਉਹ ਬਹੁਤ ਓਨੈਸਟ ਹੈ, ਇੱਕ ਓਨੈਸਟ ਬਾਡੀ ਹੁੰਦੀ ਹੈ ਦੇਸ਼ ਦੀ ਇਲੈਕਸ਼ਨ ਕਮਿਸ਼ਨ। ਪਰ ਇਸ ਕਿੱਸੇ ਦੇ ਵਿੱਚ ਇਸ ਕੇਸ ਦੇ ਵਿੱਚ ਅਸੀਂ ਇਹ ਦੇਖਿਆ ਕਿ ਇਲੈਕਸ਼ਨ ਕਮਿਸ਼ਨ ਵੀ ਜਿਹੜਾ ਉਹ ਮੋਦੀ ਦੇ ਮਤਲਬ
ਹੱਥਾਂ ਦੇ ਵਿੱਚ ਇਸ ਟਾਈਮ ਚੱਲ ਰਿਹਾ, ਮੋਦੀ ਉਹਨੂੰ ਚਲਾ ਰਿਹਾ। ਸੋ ਇਸ ਕਰਕੇ ਅਸੀਂ ਤੇ ਸਾਰਿਆਂ ਨੂੰ ਇਸ ਗੱਲ ਦੀ ਬੇਨਤੀ ਕੀਤੀ ਹੈ ਜੋ ਕਿ ਕਿਸੇ ਇਹ ਜਿਹੜੀਆਂ ਚੋਣਾਂ ਆ ਇਹਨਾਂ ਦਾ ਹਰ ਹਾਲਤ ਦੇ ਵਿੱਚ ਇਹਨਾਂ ਦੇ ਵਿੱਚ ਹਿੱਸਾ ਨਾ ਲਿਆ ਜਾਵੇ। ਹਾਂ, ਇੱਕ ਜ਼ਰੂਰ ਹੈ ਕਿ ਕੁਛ ਸਾਡੇ ਲੀਡਰ ਜਿਵੇਂ ਕਿ ਸਰਦਾਰ ਸਿਮਰਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ, ਸਿੱਖੀ ਹਿਊਮਨ ਰਾਈਟ ਐਕਟਿਵਿਸਟ, ਹਿਊਮਨ ਰਾਈਟਸ ਦੇ ਲੜਦੇ ਹੋਏ ਸ਼ਹੀਦ ਹੋਏ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਧਰਮ ਸਪਤਨੀ ਬੀਬੀ ਖਾਲੜਾ, ਬੀਬੀ ਪਰਮਜੀਤ ਕੌਰ ਖਾਲੜਾ। ਹਾਂ, ਕੁਛ ਪੰਜਾਬ ਦੇ ਹਿੱਸਿਆਂ ਲਈ, ਪੰਜਾਬ ਦੀ ਖੁਦ ਮੁਖਤਿਆਰੀ ਦੇ ਲਈ ਲੜਨ ਵਾਲੇ ਸਮਾਜਵਾਦੀ ਨੇਤਾ ਡਾਕਟਰ ਗਾਂਧੀ, ਮਤਲਬ ਇੱਦਾਂ ਦੀਆਂ ਕੁਛ ਸ਼ਖਸੀਅਤਾਂ ਨੇ। ਚਾਹੇ ਅਸੀਂ ਇਸ ਗੱਲ ਦਾ ਫੈਸਲਾ ਕੀਤਾ ਸਾਡੀ ਪਾਰਟੀ ਨੇ ਕਿ ਅਸੀਂ ਇਹਨਾਂ ਦੇ ਵਿੱਚ ਹਿੱਸਾ ਨਹੀਂ ਲੈਣਾ, ਪਰ ਕੁਛ ਸ਼ਖਸੀਅਤਾਂ ਨੇ ਜਿਹੜੀਆਂ ਕਿ ਸਾਡੇ ਨਾਲ ਨਿਸ਼ਾਨੇ 'ਚ, ਮਾਨ ਸਾਹਿਬ ਜਿਹੜਾ ਸਾਡਾ ਨਿਸ਼ਾਨਾ ਉਹੀ ਨਿਸ਼ਾਨਾ ਉਹਨਾਂ ਦਾ। ਅਸੀਂ ਉਹਨਾਂ ਨੂੰ ਸਾਡਾ ਤਾਂ ਫੈਸਲਾ ਇਹੀ ਹੈ ਕਿ ਚੋਣਾਂ ਤੋਂ ਬਾਹਰ ਲਿਆ ਜਾਵੇ ਔਰ ਪੱਕਾ ਇਰਾਦਾ 70 ਸਾਲ ਦਾ। ਪਰ ਜੇ ਉਹਨਾਂ ਨੂੰ ਲੱਗਦਾ ਕਿ ਇਸ ਸਿਸਟਮ 'ਚੋਂ ਕੁਛ ਨਿਕਲ ਸਕਦਾ ਤੇ ਉਹਨਾਂ ਨੂੰ ਸ਼ੁਭ ਇਛਾਵਾਂ ਸਾਡੀ ਪਾਰਟੀ ਦੇ ਵੱਲੋਂ, ਦਲ ਖਾਲਸਾ ਦੇ ਵੱਲੋਂ। ਜੇ ਚੋਣਾਂ 'ਚ ਹਿੱਸਾ ਨਹੀਂ ਮਿਲਦੇ ਪੰਜਾਬ ਦੇ ਲੋਕ ਜਾਂ ਸਟੇਟ ਨੂੰ, ਇਹ ਹਿੰਦੁਸਤਾਨ ਦੇ ਨਾਗਰਿਕ ਹੋਣ ਤੋਂ ਇਨਕਾਰੀ ਹੋਣਾ ਹੈ? ਨਹੀਂ, ਇਹ ਜਿਹੜੀ ਵੋਟ ਪਾਉਣਾ ਆ ਉਹ ਇੱਕ ਤੁਹਾਡਾ ਹੱਕ ਹੈ ਕਿ ਵੋਟ ਤੁਸੀਂ ਪਾਓ ਨਾ ਪਾਓ। ਜਦੋਂ ਸਮੂਹਿਕ ਰੂਪ 'ਚ ਬਹੁਤ ਸਾਰੇ ਲੱਖਾਂ ਲੋਕ ਨਹੀਂ ਵੋਟਾਂ ਪਾਉਣਗੇ ਤੇ ਇਹਦਾ ਮਤਲਬ ਦੇਸ਼ ਦੇ ਨਾਗਰਿਕ ਹੋਣ ਤੋਂ ਇਨਕਾਰ ਹੀ ਕਰਾਂਗੇ ਅਸੀਂ। ਨਹੀਂ, ਮੈਂ ਇਹ ਗੱਲ ਕਹਿੰਦਾ ਵੀ ਨਾਗਰਿਕ ਹੋਣ ਤੋਂ ਇਨਕਾਰ ਤਾਂ ਨਹੀਂ। ਅਸੀਂ ਇਹ ਗੱਲ ਕਹਿ ਸਕਦੇ ਹਾਂ ਵੀ ਜਿਹੜੀ ਇਸ ਦੇਸ਼ 'ਚ, ਇਸ ਖਿੱਤੇ ਦੇ ਵਿੱਚ ਜਿਹੜੀ ਐਡਮਿਨਿਸਟ੍ਰੇਸ਼ਨ ਚੱਲ ਰਹੀ ਹੈ ਉਹਨੂੰ ਲੋਕ ਸਵੀਕਾਰਦੇ ਨੇ। ਇਹ ਇਸ ਗੱਲ ਦਾ ਚਿੰਨ੍ਹ ਹੈ। ਜੇ ਵੋਟਾਂ ਨਹੀਂ ਪਾਉਂਦੇ ਲੋਕ ਤਾਂ ਦੈਟ ਮੀਨਸ ਦੇਸ਼ ਦੇ ਵਿੱਚ, ਉਸ ਖਿੱਤੇ ਦੇ ਵਿੱਚ, ਸੂਬੇ ਦੇ ਵਿੱਚ ਜਿਹੜੀ ਸਰਕਾਰ ਚੱਲ ਰਹੀ ਹੈ, ਜੋ ਰਾਜ ਕਰਨ ਵਾਲੀਆਂ ਪਾਰਟੀਆਂ ਨੇ, ਉਹਨਾਂ ਨੂੰ ਆਮ ਲੋਕਾਂ ਨੇ ਨਕਾਰਿਆ। ਇਹਦੇ ਵਿੱਚ ਹੋਰ ਮਾੜੀ ਹਾਲਤ ਨਹੀਂ ਹੋ ਜਾਏਗੀ? ਉਹੋ ਜਿਹੇ ਲੋਕ ਆ ਜਾਣਗੇ ਚੁਣ ਕੇ ਅੱਗੇ ਜਿਹੜਾ ਤੁਹਾਡਾ ਹੋਰ ਨੁਕਸਾਨ ਕਰ ਸਕਦੇ ਆ। ਹੁਣ ਤੇ ਅਸੀਂ ਆਪਣੀ ਮਰਜ਼ੀ ਦਾ ਕੋਈ 100 ਦੇ ਵਿੱਚੋਂ ਇੱਕ ਚੰਗਾ ਬੰਦਾ ਚੁਣ ਸਕਦੇ ਹਾਂ। ਨਹੀਂ, ਅਸੀਂ 13 ਅੱਗੇ ਭੇਜ ਕੇ ਦੇਖ ਲਏ ਹਾਂ। 1989 ਦੇ ਵਿੱਚ ਇਸ ਗੱਲ ਦੇ ਵਿੱਚ 10 ਕੈਂਡੀਡੇਟ ਭੇਜੇ ਆ। 10 ਕੈਂਡੀਡੇਟ ਸਿੱਧੇ ਉਹ ਸੀਗੇ ਜਿਹੜੇ ਕਿ ਮਤਲਬ ਪਿਛਲੇ ਸਮੇਂ ਦੇ ਵਿੱਚ ਜਿਨ੍ਹਾਂ ਦੇ ਉੱਤੇ ਤਸ਼ੱਦਦ ਵੀ ਹੋਇਆ, ਉਹਨਾਂ ਦੀਆਂ ਫੈਮਲੀਆਂ 'ਤੇ ਵੀ ਤਸ਼ੱਦਦ ਹੋਇਆ ਔਰ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਤਲਬ ਪਾਰਟ ਰਹੇ ਨੇ ਪਿਛਲੇ ਸਮੇਂ ਸਟਰਗਲ ਦੇ। ਉਹਨਾਂ ਨੂੰ ਭੇਜ ਕੇ ਦੇਖਿਆ ਕੁਛ ਨਹੀਂ ਨਿਕਲਿਆ। ਨੋਟਾਂ ਦਾ ਬਟਨ ਦੱਬਣਾ ਚਾਹੀਦਾ ਜੀ ਪੰਜਾਬ ਵਾਲਿਆਂ ਨੂੰ? ਨਹੀਂ, ਨੋਟਾਂ ਦੇ ਸਿਸਟਮ ਦਾ ਹਿੱਸਾ ਹੈ। ਨੋਟਾਂ ਦੱਬ ਕੇ ਤੁਸੀਂ ਕੀ ਕਰੋਗੇ? ਅਸੀਂ ਜਿਹੜਾ ਜਿਸ ਸਿਸਟਮ ਦੇ ਵਿੱਚ ਅਸੀਂ ਚੋਣਾਂ ਹੋ ਰਹੀਆਂ ਨੇ ਉਸ ਸਿਸਟਮ ਨੂੰ ਅਸੀਂ ਨਕਾਰ ਰਹੇ ਹਾਂ ਵੀ ਇਸ ਸਿਸਟਮ 'ਚ ਕੁਛ ਨਹੀਂ। ਤੇ ਨੋਟਾ ਸਿਸਟਮ ਦਾ ਹਿੱਸਾ ਹੈ। ਇੱਕ ਜੇ ਵੋਟ ਪਾਉਣ ਨਾਲ ਦਲ ਖਾਲਸਾ ਨੂੰ ਕੋਈ ਫਾਇਦਾ ਨਹੀਂ ਹੈ ਤੇ ਨਾ ਪਾਉਣ ਨਾਲ ਜ਼ਿਆਦਾ ਨੁਕਸਾਨ ਨਹੀਂ, ਉਹਨਾਂ ਬੈਟਰ ਨਹੀਂ ਹੈ ਵੀ ਜਦੋਂ ਤੁਸੀਂ ਦਿੱਲੀ ਖੜਦਾ ਜਾਂ ਹੋਰ ਕਰ ਰਹੇ ਤੇ ਉਹਨਾਂ ਦੇ ਹੱਥ ਦੇ ਵਿੱਚ ਜਿਹੜੀ ਹੈ ਦਲ ਖਾਲਸਾ ਵੱਲੋਂ ਵੋਟ ਪਾਈ ਜਾਵੇ? ਨਹੀਂ, ਦੇਖੋ, ਇਹ ਸਾਡੀ ਪਾਰਟੀ ਦਾ ਫੈਸਲਾ ਇਸ ਗੱਲ ਦਾ ਕਿ ਵੋਟਾਂ 'ਚੋਂ ਸਾਨੂੰ ਕੁਛ ਨਹੀਂ ਮਿਲਣਾ ਹੈਗਾ। ਜਿਹੜੀ ਅਸੀਂ ਬੀਬੀ ਖਾਲੜਾ ਵਾਲੀ ਤੁਸੀਂ ਗੱਲ ਕਰਦੇ ਹੋ, ਹੋਰ ਇਹਨਾਂ ਦੀ ਮਦਦ ਬਾਰੇ ਗੱਲ ਕਰਦੇ ਹੋ, ਇਹਨਾਂ ਨੂੰ ਅਸੀਂ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਜੇ ਸਮਝਦੇ ਆ ਕਿ ਉਹਨਾਂ ਨੂੰ ਕੁਛ ਇਸ ਸਿਸਟਮ ਦੇ ਵਿੱਚੋਂ ਮਿਲ ਸਕਦਾ ਹੈ ਤੇ ਜੀ ਸਦਕੇ ਉਹਨਾਂ ਨੂੰ ਉਹ ਜਾਣ। ਸਾਰੀਆਂ ਸ਼ੁਭਕਾਮਨਾਵਾਂ ਉਹਨਾਂ ਦੇ ਨਾਲ, ਉਹਨਾਂ ਦੀ ਜਿੱਤ ਦੇ ਨਾਲ। ਇੱਕ ਪਾਸੇ ਕਹਿੰਦੇ ਪਏ ਨਾ ਸਾਨੂੰ ਕੁਛ ਨਹੀਂ ਮਿਲਦਾ, ਨਾ ਦੂਸਰੇ ਪਾਸੇ ਉਹਨਾਂ ਨੂੰ ਸ਼ੁਭਕਾਮਨਾਵਾਂ ਵੀ ਦਿੰਦੇ, ਤੁਹਾਨੂੰ ਨਹੀਂ। ਪਤਾ ਵੀ ਕੁਛ ਨਹੀਂ ਮਿਲਦਾ, ਫਿਰ ਉਹ ਵੀ ਨਹੀਂ, ਉਹ ਸਾਨੂੰ ਪਤਾ, ਇਸ ਕਰਕੇ ਅਸੀਂ ਆਪਣਾ ਡਿਸੀਜਨ ਲੈ ਲਿਆ ਨਹੀਂ ਕਰਨ ਦਾ। ਸ਼ਾਇਦ ਉਹਨਾਂ ਨੂੰ ਇਸ ਗੱਲ ਦਾ ਹਾਲੇ ਭੁਲੇਖਾ ਹੋਵੇ ਕੋਈ। ਸਾਨੂੰ ਇਸ ਗੱਲ ਦਾ ਪਤਾ ਹੈ ਕਿ ਨਹੀਂ ਕੁਛ ਮਿਲਣਾ। ਅਸੀਂ ਡਿਸੀਜਨ ਲੈ ਲਿਆ ਤੋਂ ਪਾਸੇ ਰਹਿਣ ਦਾ। ਉਹਨਾਂ ਨੂੰ ਸ਼ਾਇਦ ਮੇਰੇ ਖਿਆਲ 'ਚ ਹਾਲੇ ਕੋਈ ਉਹਨਾਂ ਦੇ ਮਨ ਦੇ ਵਿੱਚ ਸ਼ਾਇਦ ਕੋਈ ਸਰ ਹਰ ਵਾਰੀ ਖਾਲਿਸਤਾਨ ਦੀ ਗੱਲ ਕਰਦੇ ਨੇ, ਹਰ ਚੋਣ ਲੜਦੇ ਨੇ। ਉਹਨਾਂ ਨੂੰ ਕਿਤੇ ਕੌਂਸਲਰ ਦੀ ਚੋਣ 'ਚ ਵੀ ਭਾਗ ਲੈਣਾ ਪੈ ਜਾਵੇ ਤਾਂ ਉਹਦੇ 'ਚ ਵੀ ਹਿੱਸਾ ਲੈਣਗੇ ਔਰ ਐਮਪੀ ਤੱਕ, ਮਤਲਬ ਕੌਂਸਲਰ ਤੋਂ ਐਮਪੀ ਤੱਕ ਲੜਦੇ ਰਹਿੰਦੇ ਨੇ ਤੇ ਜਿੱਤ ਉਹਨਾਂ ਨੂੰ ਕਿਸੇ 'ਚ ਵੀ ਨਹੀਂ ਮਿਲਦੀ। ਫਿਰ ਤੁਹਾਡੀਆਂ ਸ਼ੁਭਕਾਮਨਾਵਾਂ ਕੀ ਹੈ? ਨਹੀਂ, ਇਹਦਾ ਮਤਲਬ ਇਹ ਤਾਂ ਵੀ ਸ਼ੁਭਕਾਮਨਾਵਾਂ ਨਹੀਂ ਦਿੱਤੀਆਂ ਜਾ ਸਕਦੀਆਂ। ਸ਼ੁਭਕਾਮਨਾਵਾਂ ਕਿਸੇ ਨੂੰ ਵੀ ਦਿੱਤੀਆਂ ਜਾ ਸਕਦੀਆਂ। ਇਹ ਤਾਂ ਦੇਖੋ ਜੀ, ਇੱਕ ਜਿਸ ਤਰ੍ਹਾਂ ਨਕਸਲਾਈਟ ਆ, ਨਕਸਲਾਈਟਾਂ ਦੇ ਕੁਝ ਗਰੁੱਪ ਜਿਹੜੇ ਹੈਗੇ ਉਹ ਵੀ ਨਹੀਂ ਮੰਨਦੇ ਹਾਂ, ਚੋਣ system ਬਿਲਕੁਲ। ਨੂੰ। ਤੇ ਉਹ ਵੀ ਨਾਗਾਲੈਂਡ ਫਰੰਟ ਵਾਲਿਆਂ ਨੇ ਬਹੁਤ ਸਾਰੇ ਗਰੁੱਪ ਹੌਲੀ ਹੌਲੀ ਉਹ ਕੱਟੇ ਗਏ ਦੁਨੀਆ ਔਰ ਲੋਕਾਂ ਦੇ ਵਿੱਚ ਉਹਨਾਂ ਦਾ ਆਧਾਰ ਖਤਮ ਹੋ ਗਿਆ। ਆਪਾਂ ਫਿਰ ਇਸ ਤਰ੍ਹਾਂ ਖਤਮ ਨਾ ਹੋਵਾਂਗੇ, ਫਿਰ ਸਾਡਾ ਵੀ ਸਿਸਟਮ ਜਿਹੜਾ ਲੋਕਾਂ ਤੋਂ ਕੱਟ ਆਊਟ ਹੋ ਜਾਣਾ। ਨਹੀਂ, ਮੈਂ ਸਮਝਦਾ ਨਹੀਂ, ਕਿ ਉਹ ਤੇ ਇੱਕ ਤਜਰਬਾ ਅਸੀਂ ਸਾਹਮਣੇ ਵੇਖਦੇ ਹਾਂ। ਆਪਾਂ ਜੇ ਕਰ ਰਹੇ ਹਾਂ ਤਜਰਬਾ ਜਿਸ ਸਿਸਟਮ ਦਾ ਤੁਸੀਂ ਹਿੱਸਾ ਨਹੀਂ ਰਹਿਣਾ ਚਾਹੁੰਦੇ, ਜਿਸ ਸਿਸਟਮ ਦਾ ਤੁਸੀਂ ਪਾਰਟ ਨਹੀਂ ਰਹਿਣਾ ਚਾਹੁੰਦੇ,
ਉਸ ਸਿਸਟਮ ਦੇ ਵਿੱਚ ਬਣੇ ਰਹਿਣਾ, ਆਪਣੇ ਆਪ ਨੂੰ ਉਸ ਸਿਸਟਮ ਦੇ ਵਿੱਚ ਜ਼ਬਤ ਕਰਨ ਦੇ ਬਹਾਨੇ। ਅਸੀਂ ਇਸ ਗੱਲ ਦਾ ਫੈਸਲਾ ਕੀਤਾ ਕਿ ਅਸੀਂ ਜ਼ਬਤ ਨਹੀਂ ਹੋਣਾ ਉਸ ਸਿਸਟਮ ਦੇ ਵਿੱਚ, ਅਸੀਂ ਆਪਣੇ ਸਿਸਟਮ ਦਾਸ ਸਰਪਾਲ ਸਿੰਘ ਚੀਮਾ, ਪ੍ਰਧਾਨ ਦਲ ਖਾਲਸਾ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ, ਇਹ ਪਿਛਲੇ ਸਮੇਂ 'ਚ ਜੋ ਹਿੰਦੁਸਤਾਨ ਦੀ ਸਰਕਾਰ ਨੇ ਲੋਕ ਸਭਾ ਦੀਆਂ ਚੋਣਾਂ ਡਿਕਲੇਅਰ ਕੀਤੀਆਂ, ਉਹਦੇ ਸੰਬੰਧ ਵਿੱਚ ਜੋ ਸਾਡਾ ਦਲ ਖਾਲਸਾ ਦਾ ਨੀਤੀ ਪ੍ਰੋਗਰਾਮ ਸੀਗਾ, ਉਹ ਅਸੀਂ ਅੱਜ ਜਾਰੀ ਕੀਤਾ। ਇਹ ਪ੍ਰੋਗਰਾਮ ਐਗਜ਼ੈਕਟਿਵ ਬਾਡੀ ਨੇ ਔਰ ਵਰਕਿੰਗ ਕਮੇਟੀ ਦੇ ਜਿੰਨੇ ਵੀ ਮੈਂਬਰ ਸੀਗੇ, ਉਹਨਾਂ ਸਾਰਿਆਂ ਨੇ ਇੱਕ ਲੰਬੀ ਵਿਚਾਰ ਤੋਂ ਬਾਅਦ ਇਹਦੇ 'ਤੇ ਸਰਬਸੰਮਤੀ ਦਾ ਫੈਸਲਾ ਕੀਤਾ ਕਿ ਅਸੀਂ ਜੋ 19 ਮਈ ਨੂੰ ਪੰਜਾਬ ਦੇ ਵਿੱਚ ਜੋ ਚੋਣਾਂ ਹੋ ਰਹੀਆਂ ਨੇ, ਅਸੀਂ ਉਸ ਦੇ ਵਿੱਚ ਪਾਰਟੀਸਪੇਟ ਨਹੀਂ ਕਰਨਾ, ਅਸੀਂ ਉਹਨਾਂ ਤੋਂ ਦੂਰ ਰਹਿਣਾ ਹੈ। ਸੋ ਇਹ ਫੈਸਲਾ ਅਸੀਂ ਕਿਉਂ ਕੀਤਾ? ਕਿਉਂਕਿ ਅਸੀਂ ਪਿਛਲੇ 70 ਸਾਲ ਤੋਂ ਇਹ ਗੱਲ ਮਹਿਸੂਸ ਕਰਦੇ ਆ ਰਹੇ ਹਾਂ ਕਿ ਇਹ ਜੋ ਭਾਰਤ ਦਾ ਚੋਣ ਸਿਸਟਮ ਹੈ, ਇਹ ਸਾਨੂੰ ਇਨਸਾਫ ਨਹੀਂ ਦੇ ਸਕਦਾ। ਔਰ ਕਿਉਂਕਿ ਦਲ ਖਾਲਸਾ ਜਿਹੜਾ ਨਿਸ਼ਾਨਾ ਹੈ, ਉਹ ਆਜ਼ਾਦ ਪ੍ਰਭੂ ਸੱਤਾ ਸਪਨ ਰਾਜ ਹੈ, ਔਰ ਸਾਨੂੰ ਸਾਰਾ ਇਹ ਰਾਜ ਹੈ ਜਿਹੜਾ ਸਾਡਾ ਆਜ਼ਾਦ ਰਾਜ ਆ ਜਿਹੜਾ, ਉਹ ਚੋਣਾਂ ਦੇ ਨਾਲ ਨਹੀਂ ਪ੍ਰਾਪਤ ਹੋ ਸਕਦਾ। ਸੋ ਅਸੀਂ ਇਸ ਗੱਲ ਦਾ ਫੈਸਲਾ ਕੀਤਾ ਹੈ ਕਿ ਅਸੀਂ ਇਸ ਤੋਂ ਦੂਰ ਰਹਾਂਗੇ, ਕਿਉਂਕਿ ਸਾਡਾ ਨਿਸ਼ਾਨਾ ਜਿਹੜਾ ਉਹ ਨਹੀਂ ਪ੍ਰਾਪਤ ਹੋ ਸਕਦਾ। ਸੋ ਬਾਕੀ ਦੀ ਗੱਲ ਇਹ ਕਿ ਪਿਛਲੇ ਸਮੇਂ ਦੇ ਵਿੱਚ ਜੋ ਸਾਡੇ ਪੰਜਾਬ ਦਾ ਜੋ ਸੀਰੀਅਸ ਇਸ਼ੂ ਸੀਗੇ, ਚਾਹੇ ਉਹ ਇਹਨਾਂ ਰਵਾਇਤੀ ਅਕਾਲੀ ਪਾਰਟੀਆਂ ਵੱਲੋਂ ਇੱਕ 1972 ਦਾ ਆਨੰਦਪੁਰ ਦਾ ਮਤੇ ਦਾ ਡਾਕੂਮੈਂਟ ਹੋਵੇ, ਚਾਹੇ ਹੋਰ ਬਾਅਦ ਦੇ ਵਿੱਚ ਜੋ ਮੰਗਾਂ ਜਿਹੜੀਆਂ ਧਾਰਮਿਕ ਮੋਰਚੇ ਦੌਰਾਨ ਰੱਖੀਆਂ ਗਈਆਂ, ਅੱਜ ਤੱਕ ਸਿੱਖ ਦੀ 1947 ਤੋਂ ਲੈ ਕੇ ਹੁਣ ਤੱਕ ਸਿੱਖ ਦੀ ਅਤੇ ਨਾ ਹੀ ਕੋਈ ਪੰਜਾਬ ਦੀ ਜਿਹੜੀ ਅਸਲੀ ਮੰਗ ਸੀ, ਉਹ ਕਦੇ ਵੀ ਪੂਰੀ ਨਹੀਂ ਹੋਈ। ਸੋ ਸਾਨੂੰ ਇੱਦਾਂ ਲੱਗਦਾ ਹੈ ਕਿ ਸਾਨੂੰ ਹਿੰਦੁਸਤਾਨ ਤੋਂ ਇਨਸਾਫ ਨਹੀਂ ਮਿਲ ਸਕਦਾ। ਸੋ ਅਸੀਂ ਇਸ ਫੈਸਲੇ ਦਾ ਇਸ ਕਰਕੇ ਇਹ ਜਿਹੜਾ ਫੈਸਲਾ ਕੀਤਾ ਹੈ। ਪਿਛਲੇ ਸਮੇਂ ਦੇ ਵਿੱਚ ਕਈ ਘਟਨਾਵਾਂ ਵਾਪਰੀਆਂ ਨੇ। ਆਪਣਾ ਬਾਈਬਲ ਕਲਾਕਾਂਡ ਪੰਜਾਬ ਦੇ ਵਿੱਚ, ਸ੍ਰੀ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ, ਹਰਿਮੰਦਰ ਸਾਹਿਬ 'ਚ ਫੌਜ ਦਾ ਭੇਜਣਾ, 20-25 ਹਜ਼ਾਰ ਨੌਜਵਾਨਾਂ ਦੇ ਨੂੰ ਅਣਪਛਾਤੇ ਕਹਿ ਕੇ ਇਸ ਭੇਜ ਦੇਣਾ, ਇਸ ਸੰਸਾਰ ਤੋਂ ਭੇਜ ਦੇਣਾ। ਸੋ ਇਹ ਕਈ ਇੱਦਾਂ ਦੇ ਮੁੱਦੇ ਹੋਏ ਆ ਜਿਨ੍ਹਾਂ ਦਾ ਜਿਹੜੇ ਇਸ ਗੱਲ ਦੇ ਪੀੜਤ ਸੀਗੇ, ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਹੈਗਾ। ਸੋ ਅਸੀਂ ਇਹ ਸਮਝਦੇ ਹਾਂ ਕਿ ਸਿੱਖ ਦੇ ਲਈ ਇੱਕ ਦੋਹਰੇ ਮਾਪਦੰਡ ਹੈ ਇੱਥੇ ਇਸ ਦੇਸ਼ ਦੇ ਵਿੱਚ। ਸੋ ਅਸੀਂ ਇਸ ਕਰਕੇ ਇਸ ਚੋਣ ਦੇ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦੇ, ਔਰ ਇਹ ਸਮਝਦੇ ਹਾਂ ਕਿ ਈਵਨ ਚੋਣ ਕਰਾਉਣ ਵਾਲੀ ਜਿਹੜੀ ਇੰਡੀਪੈਂਡੈਂਟ ਇਲੈਕਸ਼ਨ ਕਮਿਸ਼ਨ ਹੈ, ਉਹ ਵੀ ਅਸੀਂ ਇਹ ਸਮਝਦੇ ਹਾਂ ਵੀ ਉਹ ਵੀ ਪੀੜ੍ਹੀ ਤੌਰ ਦੇ ਉੱਤੇ ਮੋਦੀ ਨੇ ਉਹਦੇ ਉੱਤੇ ਆਪਣਾ ਮਤਲਬ ਇੱਕ ਰੋਬ ਦਾਬ ਰੱਖਿਆ ਹੋਇਆ, ਆਪਣੇ ਜੋ ਵੀ ਕੰਮ ਮੋਦੀ ਚਾਹੁੰਦਾ ਮਨਾਉਂਦਾ। ਕਿਉਂਕਿ ਪਿਛਲੇ ਸਮੇਂ ਦੇ ਵਿੱਚ ਸਰਦਾਰ ਵਿਜੇ ਪ੍ਰਤਾਪ ਸਿੰਘ ਦਾ IG ਸੀਗੇ, ਕੰਵਰ ਵਿਜੇ ਪ੍ਰਤਾਪ ਸਿੰਘ, ਉਹਨਾਂ ਦਾ ਬਦਲ ਜਾਣਾ, ਇਹ ਸਭ ਤੋਂ ਵੱਡਾ ਇਸ਼ਾਰਾ ਹੈ ਕਿ ਇਹ ਕੰਮ ਅਕਾਲੀ ਦਲ ਬਾਦਲ ਨੇ ਮੋਦੀ ਨੂੰ ਕਹਿ ਕੇ ਇਲੈਕਸ਼ਨ ਕਮਿਸ਼ਨ 'ਤੇ ਇਲੈਕਸ਼ਨ ਕਮਿਸ਼ਨ ਦੇ ਉੱਤੇ ਜ਼ੋਰ ਪਾ ਕੇ ਇਹ ਗੱਲ ਮਨਵਾਈ ਹੈ। ਅਸੀਂ ਇਹ ਸਮਝਦੇ ਹਾਂ ਕਿ ਜਿਹੜਾ ਲੋਕਾਂ ਨੂੰ ਇਨਸਾਫ ਨਹੀਂ ਲੈਣ ਦਿੰਦਾ, ਈਵਨ ਜੇ ਕੋਈ ਅੰਗ ਦੇਸ਼ ਦਾ ਇਨਸਾਫ ਦੇਣਾ ਵੀ ਚਾਹੁੰਦਾ ਹੈ ਤਾਂ ਉਹਨੂੰ ਰੋਕਦੇ ਨੇ। ਇਹ ਇੱਕ ਉਹਦੇ ਬਰਾਬਰ ਰੋਕਣਾ ਕਿ ਅਸੀਂ ਇਨਸਾਫ ਲੈਣ ਵੀ ਨਹੀਂ ਦੇਣਾ, ਤੁਹਾਨੂੰ ਰੋਣ ਵੀ ਨਹੀਂ ਦੇਣਾ। ਇਹ ਗੱਲ ਕਹੀ ਜਾ ਸਕਦੀ ਹੈ। ਸੋ ਇੱਦਾਂ ਦੇ ਦੇਸ਼ ਦੇ ਸਿਸਟਮ ਨੂੰ ਅਸੀਂ ਤੋਂ ਇਨਕਾਰੀ ਹਾਂ। ਅਸੀਂ ਆਪਣਾ ਦੇਸ਼ ਚਾਹੁੰਦੇ ਹਾਂ, ਇਸ ਕਰਕੇ ਅਸੀਂ ਇਹਨਾਂ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦੇ। ਪਾਰਟੀ ਨੂੰ ਨਾ ਖੁਸ਼ ਹੋ ਜਾਂ ਫਿਰ ਜਿਹੜਾ ਪ੍ਰੋਟੋਕੋਲ ਨਹੀਂ, ਅਸੀਂ ਹਿੰਦੁਸਤਾਨ ਦੇ ਇਸ ਸਿਸਟਮ ਤੋਂ ਨਾ ਖੁਸ਼ ਹਾਂ, ਜਿਹਨੇ ਸਾਨੂੰ ਪਿਛਲੇ 70 ਸਾਲਾਂ ਦੇ ਵਿੱਚ ਕੋਈ ਵੀ ਕਿਸੇ ਵੀ ਵਿਸ਼ੇ ਦੇ ਉੱਤੇ ਕਦੀ ਇਨਸਾਫ ਨਹੀਂ ਦਿੱਤਾ। ਚਾਹੇ ਜੁਡੀਸ਼ਰੀ ਦੀ ਗੱਲ ਹੋਵੇ, ਚਾਹੇ ਐਡਮਿਨਿਸਟ੍ਰੇਸ਼ਨ ਦੀ ਗੱਲ ਹੋਵੇ, ਚਾਹੇ ਸਾਡੀਆਂ ਮੰਗਾਂ ਹੋਣ, ਦਰਿਆਈ ਪਾਣੀਆਂ ਦੇ ਮਾਮਲੇ ਹੋਣ, ਹੋਰ ਕੋਈ ਕਿਸੇ ਨੇ ਵੀ ਸਾਡੇ ਪਿਛਲੇ 70 ਸਾਲ 'ਚ ਸਾਨੂੰ ਇਨਸਾਫ ਨਹੀਂ ਦਿੱਤਾ ਹੈਗਾ। ਸੋ ਅਸੀਂ ਇਸ ਸਿਸਟਮ ਦੇ ਬਿਲਕੁਲ ਇਨਕਾਰੀ ਹਾਂ। ਪੰਜਾਬ ਪਿਛਲੇ ਲੰਬੇ ਸਮੇਂ ਤੋਂ ਪੰਥਕ ਪਾਰਟੀਆਂ ਹੀ ਆ ਰਹੀਆਂ ਜੀ। ਨਹੀਂ, ਅਸੀਂ ਉਹ ਜਿਹੜੀਆਂ ਮੰਗ ਕਰ ਰਹਿੰਦੀਆਂ ਨੇ ਪੰਜਾਬ ਦੇ ਵਿੱਚ, ਔਰ ਜਿਹੜੀਆਂ ਮਤਲਬ ਇਸ ਦੇਸ਼ ਦੇ ਸੰਵਿਧਾਨ 'ਚ ਯਕੀਨ ਰੱਖਦੀਆਂ ਨੇ, ਮਤਲਬ ਤਾਂ ਹੀ
ਇਹਦੇ ਉੱਤੇ ਇੱਕ ਉਹਨਾਂ ਨੇ ਕਾਲਮ ਵੀ ਲਾਇਆ, ਇਹ ਧੱਕੇ ਨਾਲ ਸਮਝ ਲਓ ਵੀ ਇੱਕ ਸ਼ਰਤ ਲਗਾਈ ਹੈ MLA ਤੇ MP ਦੀ ਇਲੈਕਸ਼ਨ ਦੇ ਵਿੱਚ ਵੀ ਇਹਨਾਂ ਦੇ ਇਲੈਕਸ਼ਨਾਂ 'ਚ ਭਰਨਾ ਪਏਗਾ। ਤੇ ਅਸੀਂ ਜਿਹੜੇ ਆ ਮਤਲਬ ਮੈਂ ਜਿਹੜਾ ਧਰਮ ਹਿੰਦੁਸਤਾਨ ਦਾ ਨਾਗਰਿਕ ਹਾਂ ਔਰ ਹਿੰਦੁਸਤਾਨ ਦੇ ਕਨਸਟੀਟਿਊਸ਼ਨ ਦੀ ਕਸਮ ਖਾਂਦਾ। ਇਹਨਾਂ ਨੇ ਧੱਕੇ ਨਾਲ ਲਵਾਇਆ ਇਹ ਇਸ ਗੱਲ ਦਾ ਫੈਸਲਾ ਕਰਾਇਆ ਹੈਗਾ। ਸੋ ਅਸੀਂ ਇਸ ਗੱਲ ਤੋਂ ਅਸੀਂ ਵੀ ਇਸ ਸਿਸਟਮ ਨੂੰ ਮੰਨਦੇ, ਜਿਹੜੀਆਂ ਮੰਨਦੀਆਂ ਨੇ ਸਿਸਟਮ ਉਹ ਆਪਣਾ ਉਹਨਾਂ ਦਾ ਇੱਕ ਆਪਣਾ ਕਾਇਦਾ ਆ, ਉਹ ਜਿੱਦਾਂ ਮਰਜ਼ੀ ਸੋਚਣ, ਪਰ ਅਸੀਂ ਸੋਚਦੇ ਕਿ ਇੱਥੋਂ ਹਿੰਦੁਸਤਾਨ ਨੂੰ ਕਦੇ ਇਨਸਾਫ ਮਿਲ ਸਕਦਾ। ਜਿਵੇਂ ਤੁਹਾਡੇ ਅਸੀਂ ਇਲੈਕਸ਼ਨ ਦੇ ਵਿੱਚ ਪਾਰਟਿਸਿਪੇਟ ਨਾ ਕਰ ਦੇਣਾ, ਉਹ ਲੋਕ ਨਹੀਂ ਤੁਹਾਡੇ ਰਾਜ ਕਰਨ ਦੇ ਬਾਅਦ ਜਿਹਨਾਂ ਤੁਸੀਂ ਸਿਸਟਮ ਠੀਕ ਸਮਝਦੇ? ਨਹੀਂ, ਜੇ ਅਸੀਂ ਇਹ ਇੱਥੇ ਰਹਿੰਦੇ ਹਾਂ ਵਿੱਚ ਰਹਿੰਦੇ, ਫਿਰ ਵੀ ਉਹੀ ਰਾਜ ਕਰਨਗੇ। ਰਾਜ ਹਿੰਦੁਸਤਾਨ ਦੇ ਵਿੱਚ ਉਹਨਾਂ ਨੇ ਕਰਨਾ ਜਿਹਨੇ ਹਿੰਦੁਸਤਾਨ ਦੇ ਸਿਧਾਂਤ ਨੂੰ ਮੰਨਣਾ, ਹਿੰਦੁਸਤਾਨ ਦੀ ਨੀਤੀ ਨੂੰ ਮੰਨਣਾ। ਜਿਹਨੇ ਹਿੰਦੁਸਤਾਨ ਦੀ ਨੀਤੀ ਨੂੰ ਨਹੀਂ ਮੰਨਣਾ ਉਹ ਕਦੇ ਨਹੀਂ ਪੰਜਾਬ ਦੇ ਵਿੱਚ ਰਾਜ ਕਰ ਸਕਦਾ। ਹੱਲ ਕੀ ਹੈ ਇਸ ਚੀਜ਼? ਨਹੀਂ, ਹੱਲ ਤੇ ਸੈਲਫ ਡਿਟਰਮੀਨੇਸ਼ਨ ਸਾਨੂੰ ਅਧਿਕਾਰ ਦਿੱਤਾ ਜਾਵੇ, ਸਾਨੂੰ ਇੱਥੇ ਰੈਫਰੈਂਡਮ ਕਰਾਇਆ ਜਾਵੇ। ਉਹਦੀ ਜਿਹੜੀ ਪਹਿਲੀ ਪ੍ਰਕਿਰਿਆ ਜਿਹੜਾ ਰੈਫਰੈਂਡਮ 2020 ਆ ਰਿਹਾ, ਤੁਸੀਂ ਉਹਨਾਂ ਸਹਿਮਤ ਹੋਣਾ ਚਾਹੀਦਾ? ਨਹੀਂ, ਅਸੀਂ ਉਹ ਸਾਰੇ ਰੈਫਰੈਂਡਮਾਂ ਨਾਲ ਸਹਿਮਤ ਹਾਂ ਜਿਹੜੇ UNO ਦੇ ਵੱਲੋਂ ਹੋਣਗੇ। ਅਗਰ UNO ਦੇ ਵੱਲੋਂ ਰੈਫਰੈਂਡਮ ਹੋਏਗਾ ਤਾਂ ਅਸੀਂ ਉਹਦੇ 'ਚ ਹਿੱਸਾ ਲਵਾਂਗੇ ਪੂਰਨ ਤੌਰ ਦੇ ਉੱਤੇ, ਈਵਨ ਮੋਹਰੇ ਹੋ ਕੇ ਵੀ ਉਹਨਾਂ ਨੂੰ ਲੀਡ ਕਰਾਂਗੇ ਅਸੀਂ ਉਸ ਗੱਲ। ਜਿਹੜਾ 6 ਜਸਟਿਸ ਨੂੰ ਰੈਫਰੈਂਡਮ ਕਰਾਇਆ ਜਾ ਰਿਹਾ, ਤੁਸੀਂ ਉਹਨਾਂ ਸਹਿਮਤ? ਨਹੀਂ, ਸਰਵੇ ਆ ਉਹਦਾ ਇੱਕ ਰੈਫਰੈਂਡਮ ਨਹੀਂ ਕਹਿੰਦਾ, ਉਹਦਾ ਸਰਵੇ ਕਰਾ ਰਹੇ ਆ। ਤੁਸੀਂ ਸਹਿਮਤ ਹੋ ਸਰਵੇ ਨਾਲ? ਉਹ ਸਰਵੇ ਜਿੱਦਣ ਮਤਲਬ ਹੋਊਗਾ, ਜਿੱਦਾਂ ਹੋਊਗਾ ਹਕੀਕਤ ਦੇ ਵਿੱਚ ਆਊਗਾ ਤੇ ਅਸੀਂ ਉਹਦੇ ਵਿੱਚ ਆਪਣਾ ਮਤਦਾਨ ਜਿਹੜਾ ਜ਼ਰੂਰ ਦੇਵਾਂਗੇ ਵੀ ਅਸੀਂ ਉਹ ਸਰਵੇ ਦੇ ਵਿੱਚ ਸਹਿਮਤ ਹਾਂ। ਜੇ ਉਹ ਹੁੰਦਾ 1920 ਦਾ ਰੈਫਰੈਂਡਮ ਹੁੰਦਾ, ਉਹ ਕੋਈ ਅਮਲੀ ਜਾਂ ਆਉਂਦਾ ਪ੍ਰੈਕਟੀਕਲ ਹੁੰਦਾ, ਤੇ ਅਸੀਂ ਉਹਦੇ ਵਿੱਚ ਪੂਰਾ ਆਪਣਾ ਯੋਗਦਾਨ ਪਾਵਾਂਗੇ। ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਿਤ ਦਲ ਖਾਲਸਾ ਵੱਲੋਂ ਭਾਰਤੀ ਚੋਣਾਂ ਦੇ ਮੱਦੇਨਜ਼ਰ ਨੀਤੀ ਪੱਤਰ। ਦਲ ਖਾਲਸਾ ਇੱਕ ਇਤਿਹਾਸਕ ਲਹਿਰ ਹੈ ਜਿਸ ਦੀਆਂ ਜੜ੍ਹਾਂ 18ਵੀਂ ਸਦੀ ਵਿੱਚ ਪਈਆਂ ਹਨ। ਇਸ ਦਾ ਮੌਜੂਦਾ ਸਰੂਪ ਸਿੱਖ ਪ੍ਰਭੂ ਸੱਤਾ ਨੂੰ ਮੁੜ ਹਾਸਲ ਕਰਨ ਦੇ ਨਿਸ਼ਾਨੇ ਨਾਲ 13 ਅਗਸਤ 1978 ਨੂੰ ਹੋਂਦ ਵਿੱਚ ਆਇਆ। ਉਸ ਦਿਨ ਤੋਂ ਦਲ ਖਾਲਸਾ ਪੰਥ ਅਤੇ ਪੰਜਾਬ ਦੇ ਹੱਕ ਹਕੂਕ ਅਤੇ ਆਜ਼ਾਦੀ ਲਈ ਸੰਘਰਸ਼ੀਲ ਹੈ। ਦਲ ਖਾਲਸਾ ਨੂੰ ਚੇਤੇ ਹੈ ਕਿ 1849 ਵਿੱਚ ਬ੍ਰਿਟਿਸ਼ ਸਾਮਰਾਜ ਨੇ ਸਿੱਖ ਰਾਸ਼ਟਰ ਪੰਜਾਬ ਨੂੰ ਆਪਣੇ ਕਬਜ਼ੇ ਹੇਠ ਲਿਆ ਸੀ, ਜਿਸ ਨੂੰ ਬ੍ਰਿਟਿਸ਼ ਨੇ ਭਾਰਤ ਛੱਡਣ ਮੌਕੇ ਥਾਲੀ ਵਿੱਚ ਪਰੋਸ ਕੇ ਭਾਰਤ ਦੇ ਹਵਾਲੇ ਕਰ ਦਿੱਤਾ। ਹਾਲਾਂਕਿ ਇਤਿਹਾਸ ਨੇ ਸਿੱਖਾਂ ਦੀ ਝੋਲੀ ਰਾਜ ਭਾਗ ਤੋਂ ਵਾਂਝੀ ਕਰ ਦਿੱਤੀ, ਪਰ ਸਿੱਖਾਂ ਅੰਦਰ ਆਪਣਾ ਖੁੱਸਿਆ ਰਾਜ ਭਾਗ ਹਾਸਲ ਕਰਨ ਦੀ ਤਾਂਘ ਤੁਰ ਅੰਦਰ ਅੱਜ ਵੀ ਜਿਉਂਦੀ ਹੈ। ਦਲ ਖਾਲਸਾ ਅਕਾਲ ਤਖ਼ਤ ਸਾਹਿਬ ਦੀ ਪ੍ਰਭੂ ਸੱਤਾ ਦੇ ਸਿਧਾਂਤ ਨੂੰ ਸਮਰਪਿਤ ਅਤੇ ਖਾਲਿਸਤਾਨ ਦੀ ਸੋਚ ਅਤੇ ਵਿਚਾਰਧਾਰਾ ਨੂੰ ਪ੍ਰਣਾਇਆ ਹੈ। ਦਲ ਖਾਲਸਾ ਲੋਚਦਾ ਹੈ ਕਿ ਕੈਨੇਡਾ ਦੇ ਸੂਬੇ ਕਿਊਬਕ ਅਤੇ ਇੰਗਲੈਂਡ ਦੇ ਸਕਾਟਲੈਂਡ ਵਾਂਗ ਭਾਰਤ ਅੰਦਰ ਵੀ ਅਜਿਹੀ ਹੀ ਵਿਵਸਥਾ ਹੋਵੇ ਤਾਂ ਜੋ ਸੰਘਰਸ਼ੀਲ ਕੌਮਾਂ ਅਤੇ ਲੋਕ ਸਵੈ ਨਿਰਣੇ ਦੇ ਹੱਕ ਦੇ ਏਜੰਡੇ ਤਹਿਤ ਚੋਣਾਂ ਵਿੱਚ ਹਿੱਸਾ ਲੈ ਸਕਣ। ਦਲ ਖਾਲਸਾ ਕਸ਼ਮੀਰ ਅੰਦਰ ਹੁਰੀਅਤ ਕਾਨਫਰੰਸ ਦੇ ਚੋਣ ਬਾਈਕਾਟ ਅਤੇ ਨਾਗਾਲੈਂਡ ਦੇ ਨੈਸ਼ਨਲ ਸੋਸ਼ਲਿਸਟ ਕੌਂਸਲ ਆਫ ਨਾਗਾਲੈਂਡ ਦੇ ਚੋਣਾਂ ਤੋਂ ਦੂਰ ਰਹਿਣ ਦੇ ਫੈਸਲੇ ਦਾ ਸਮਰਥਨ ਕਰਦਾ ਹੈ ਅਤੇ ਇਹਨਾਂ ਜਥੇਬੰਦੀਆਂ ਪ੍ਰਤੀ ਸਿਧਾਂਤਕ ਨੇੜਤਾ ਦੀ ਭਾਵਨਾ ਰੱਖਦਾ ਹੈ। ਦਲ ਖਾਲਸਾ ਦਾ ਮੰਨਣਾ ਹੈ ਕਿ ਭਾਰਤੀ ਲੋਕਤੰਤਰ ਵਿਵਸਥਾ ਅਜਿਹੀ ਨਹੀਂ ਕਿ ਮੌਜੂਦਾ ਚੋਣ ਪ੍ਰਣਾਲੀ ਰਾਹੀਂ ਪ੍ਰਭੂ ਸੱਤਾ ਤੇ ਆਜ਼ਾਦ ਪੰਜਾਬ ਦੇ ਟੀਚੇ ਨੂੰ ਸਰ ਕੀਤਾ ਜਾ ਸਕੇ। ਦਲ ਖਾਲਸਾ ਦਾ ਮਿਸ਼ਨ ਸਰਕਾਰ ਦੀ ਚੰਗੀ ਜਾਂ ਮਾੜੀ ਕਾਰਗੁਜ਼ਾਰੀ ਦਾ ਨਹੀਂ, ਜੋ ਕਿ ਹਾਕਮ ਬਦਲਣ ਜਾਂ ਚਿਹਰੇ ਬਦਲਣ ਦੇ ਨਾਲ ਹੀ ਹੱਲ ਹੋ ਜਾਵੇਗਾ। ਸਵੈ ਨਿਰਣੇ ਦੇ ਹੱਕ ਤੋਂ ਬਿਨਾਂ ਚੋਣਾਂ ਬੇਮਾਇਨੇ ਹਨ। ਸਿੱਖ ਕੌਮੀ ਇੱਛਾਵਾਂ ਨੂੰ ਚੋਣਾਂ ਉੱਤੋਂ ਵਾਰਿਆ ਨਹੀਂ ਜਾ ਸਕੇਗਾ, ਜਿੱਥੇ ਪੈਸਾ, ਸ਼ਰਾਬ, ਭੁੱਖੀ ਅਤੇ ਜ਼ੋਰ ਜ਼ਬਰ ਅਹਿਮ ਰੋਲ ਅਦਾ ਕਰਦੇ ਹਨ। ਦਲ ਖਾਲਸਾ ਚੋਣਾਂ ਮੌਕੇ ਭਾਰਤੀ ਸਟੇਟ ਵੱਲੋਂ ਸੰਵਿਧਾਨ ਅਤੇ ਦੇਸ਼ ਦੀ ਅਖੰਡਤਾ ਦੀ ਸਹੁੰ ਚੁੱਕਣ ਨੂੰ ਲਾਜ਼ਮੀ ਕਰਾਰ ਦੇਣ ਦੀ ਕਾਰਵਾਈ ਨੂੰ ਉਮੀਦਵਾਰਾਂ ਉੱਤੇ ਜਬਰੀ ਥੋਪੀ ਗਈ ਦੇਸ਼ ਭਗਤੀ ਅਤੇ ਉਹਨਾਂ ਦਾ ਨਿਰਾਦਰ ਸਮਝਦਾ ਹੈ। ਦਲ ਖਾਲਸਾ ਮੰਨਦਾ ਹੈ ਕਿ ਵਿਧਾਨ ਸਭਾ ਜਾਂ ਲੋਕ ਸਭਾ ਦੀ ਮੈਂਬਰੀ ਪੰਜਾਬ ਦੀ ਆਜ਼ਾਦੀ ਦਾ ਬਦਲ ਨਹੀਂ ਹੋ ਸਕਦੀ। ਦਲ ਖਾਲਸਾ ਜਮਹੂਰੀਅਤ ਅਤੇ ਜਮਹੂਰੀ ਕਦਰਾਂ ਕੀਮਤਾਂ ਦੇ ਖਿਲਾਫ ਨਹੀਂ ਹੈ, ਪਰ ਸਾਡੇ ਕੋਲ ਭਾਰਤੀ ਨਿਜ਼ਾਮ ਹੇਠ ਹੁੰਦੀਆਂ ਚੋਣਾਂ ਤੋਂ ਦੂਰ ਰਹਿਣ ਤੋਂ ਇਲਾਵਾ ਹੋਰ ਕੋਈ ਵਿਕਲਪ ਵੀ ਨਹੀਂ ਹੈ, ਕਿਉਂਕਿ ਕੈਨੇਡਾ ਅਤੇ UK ਵਾਂਗ ਭਾਰਤ ਅੰਦਰ ਉਸ ਤਰ੍ਹਾਂ ਦਾ ਸੁਲਝਿਆ ਲੋਕਤੰਤਰ ਢਾਂਚਾ ਅਤੇ ਸੰਵਿਧਾਨਕ ਸਹੂਲਤਾਂ ਨਹੀਂ ਹਨ ਜੋ ਚੋਣਾਂ ਵਿੱਚ ਸਵੈ ਨਿਰਣੇ ਦੇ ਅਧਿਕਾਰ ਦੇ ਏਜੰਡੇ ਨਾਲ ਹਿੱਸਾ ਲੈਣ ਦਾ ਮਾਹੌਲ ਅਤੇ ਅਧਿਕਾਰ ਦੇਵੇ। ਵੱਖ ਹੋਣ ਦੀ ਗੱਲ ਤਾਂ ਦੂਰ, ਭਾਰਤੀ ਸਟੇਟ ਤਾਂ ਸਵੈ ਨਿਰਣੇ ਦਾ ਹੱਕ ਦੇਣ ਤੋਂ ਵੀ ਮੁਨਕਰ ਹੈ। ਇੰਨਾ ਹੀ ਨਹੀਂ, ਦੇਸ਼ ਅੰਦਰ ਫੈਡਰਲ ਢਾਂਚੇ ਦੀ ਮੰਗ ਵੀ ਬੇਈਮਾਨ ਸਿਆਸਤਦਾਨਾਂ
ਅਤੇ ਸੰਵਿਧਾਨਕ ਉਲਝਣਾਂ ਦੀ ਘੁੰਮਣ ਘੇਰੀ ਵਿੱਚ ਫਸੀ ਹੈ। ਪਿਛਲੇ 70 ਸਾਲਾਂ ਤੋਂ ਸਿੱਖ ਅਕਾਲੀ ਦਲ ਰਾਹੀਂ ਪੂਰੇ ਜ਼ੋਰ ਸ਼ੋਰ ਨਾਲ ਚੋਣਾਂ ਵਿੱਚ ਹਿੱਸੇ ਲੈਂਦੇ ਆ ਰਹੇ ਹਨ। 1947 ਤੋਂ ਲੈ ਕੇ ਹੁਣ ਤੱਕ ਅਤੇ ਖਾਸ ਕਰਕੇ 1984 ਤੋਂ ਬਾਅਦ ਸਿੱਖਾਂ ਨੇ ਕਈ ਵਾਰ ਪੰਜਾਬ ਅੰਦਰ ਅਕਾਲੀ ਸਰਕਾਰ ਬਣਾਈ, ਭਾਰਤੀ ਪਾਰਲੀਮੈਂਟ ਵਿੱਚ ਅਕਾਲੀ ਨੁਮਾਇੰਦੇ ਭੇਜੇ, ਪਰ ਸਿੱਖਾਂ ਦੇ ਕੌਮੀ ਹਾਲਾਤ ਅਤੇ ਰੁਤਬੇ ਵਿੱਚ ਕੋਈ ਵੀ ਹਾਂ ਪੱਖੀ ਬਦਲਾਅ ਨਹੀਂ ਹੋਇਆ ਅਤੇ ਨਾ ਹੀ ਪੰਜਾਬ ਦਾ ਕੋਈ ਮਸਲਾ ਹੀ ਹੱਲ ਹੋਇਆ ਹੈ। ਚੋਣਾਂ ਰਾਹੀਂ ਸੱਤਾ ਵਿੱਚ ਆਉਣ ਦੇ ਲਾਲਚ ਕਾਰਨ ਅਕਾਲੀ ਦਲ ਨੇ ਸਿਧਾਂਤਾਂ ਦਾ ਪੱਲਾ ਵੀ ਛੱਡ ਦਿੱਤਾ, ਆਪਣਾ ਅਸਲ ਕਿਰਦਾਰ ਵੀ ਤਿਆਗ ਦਿੱਤਾ ਅਤੇ ਆਪਣੇ ਆਪ ਨੂੰ ਭਾਰਤੀਅਤਾ ਵਿੱਚ ਜਜ਼ਬ ਕਰ ਲਿਆ। ਅੱਜ ਵੀ ਪੰਜਾਬ ਕੋਲ ਆਪਣੀ ਰਾਜਧਾਨੀ ਨਹੀਂ ਹੈ। ਦਰਿਆਈ ਪਾਣੀ ਦਾ ਮਾਲਕੀ ਹੱਕ ਪੰਜਾਬ ਨੂੰ ਨਹੀਂ ਮਿਲਿਆ। ਪ੍ਰਵਾਸੀਆਂ ਦੀ ਆਮਦ ਕਾਰਨ ਪੰਜਾਬੀ ਭਾਸ਼ਾ ਅਤੇ ਸਿੱਖ ਸੱਭਿਆਚਾਰ ਖਤਰੇ ਵਿੱਚ ਹੈ। ਸਿੱਖਾਂ ਦੀ ਵੱਖਰੀ ਹੋਂਦ ਨੂੰ ਸੰਵਿਧਾਨਕ ਮਾਨਤਾ ਨਹੀਂ ਮਿਲੀ। ਅੱਜ ਵੀ ਸਿੱਖਾਂ ਨੂੰ ਆਪਣੇ ਸੰਵਿਧਾਨਕ ਕਾਰ ਵਿਹਾਰ ਹਿੰਦੂ ਕਾਨੂੰਨਾਂ ਤਹਿਤ ਕਰਨੇ ਪੈਂਦੇ ਹਨ। ਸਿੱਖਾਂ ਲਈ ਇਹ ਸਵਾਲ ਹਮੇਸ਼ਾ ਬਣਿਆ ਰਹੇਗਾ ਕਿ ਉਹਨਾਂ ਨੇ ਭਾਰਤੀ ਨਿਜ਼ਾਮ ਦੇ ਅਧੀਨ ਹੁੰਦਿਆਂ ਚੋਣਾਂ ਲੜ ਕੇ ਕੀ ਹਾਸਲ ਕੀਤਾ ਹੈ। ਕੀ ਪੰਜਾਬ ਸਮੱਸਿਆ ਦਾ ਹੱਲ ਹੋ ਗਿਆ ਹੈ? ਕੀ ਧਰਮਯੁੱਧ ਮੋਰਚੇ ਦੀਆਂ ਮੰਗਾਂ ਮੰਨ ਲਈਆਂ ਗਈਆਂ ਹਨ? ਕੀ ਨਵੰਬਰ 84 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਮਿਲ ਗਿਆ ਹੈ? ਕੀ ਕਾਨੂੰਨ ਨੂੰ ਛਿੱਕੇ ਟੰਗ ਕੇ ਫਰਜ਼ੀ ਪੁਲਿਸ ਮੁਕਾਬਲੇ ਕਰਨ ਵਾਲੇ ਦਾਗੀ ਅਤੇ ਦੋਸ਼ੀ ਪੁਲਿਸ ਵਾਲਿਆਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਮਿਲ ਗਈਆਂ ਹਨ? ਜੇਕਰ ਅਜਿਹਾ ਕੁਝ ਵੀ ਨਹੀਂ ਹੋਇਆ ਤਾਂ ਫਿਰ ਚੋਣਾਂ ਰਾਹੀਂ ਆਪਣੇ ਨੁਮਾਇੰਦੇ ਲੋਕ ਸਭਾ ਵਿੱਚ ਭੇਜਣ ਦੀ ਕੀ ਤੁਕ ਸੀ ਅਤੇ ਹੈ? ਆਜ਼ਾਦੀ ਲਈ ਸੰਘਰਸ਼ਕਾਰੀਆਂ ਕੌਮਾਂ ਨੂੰ ਭਾਰਤੀ ਵੋਟ ਪ੍ਰਣਾਲੀ ਰਾਹੀਂ ਕੁਝ ਵੀ ਹਾਸਲ ਨਹੀਂ ਹੋ ਸਕਦਾ। ਸਾਡੀ ਜਾਚੇ ਸਿੱਖ ਚੋਣਾਂ ਵਿੱਚ ਹਿੱਸਾ ਲੈ ਕੇ ਭਾਰਤੀ ਲੋਕਤੰਤਰ ਦੇ ਥੰਮ ਪਾਰਲੀਮੈਂਟ ਨੂੰ ਮਜ਼ਬੂਤ ਬਖਸ਼ਦੇ ਹਨ, ਜੋ ਕਾਲੇ ਕਾਨੂੰਨ ਬਣਾ ਕੇ ਕੇਂਦਰ ਸਰਕਾਰ ਅਤੇ ਸੁਰੱਖਿਆ ਫੋਰਸਾਂ ਨੂੰ ਅੰਨੀਆਂ ਤਾਕਤਾਂ ਬਖਸ਼ ਕੇ ਆਜ਼ਾਦੀ ਮੰਗਣ ਵਾਲੀਆਂ ਕੌਮਾਂ ਅਤੇ ਲੋਕਾਂ ਦੀ ਆਵਾਜ਼ ਅਤੇ ਇੱਛਾਵਾਂ ਨੂੰ ਦਬਾਉਣ ਦਾ ਮਾਧਿਅਮ ਬਣਦੀ ਹੈ। ਪੰਜਾਬ ਸਮੱਸਿਆ ਜਿਸ ਕਾਰਨ ਅਨੇਕਾਂ ਕੁਰਬਾਨੀਆਂ ਹੋਈਆਂ, ਉਹ ਅੱਜ ਵੀ ਸਮੱਸਿਆ ਹੀ ਹੈ। ਖਾਲਿਸਤਾਨ ਦੀ ਸਿਰਜਣਾ ਹਿਤ 20,000 ਤੋਂ ਵੱਧ ਕੀਮਤੀ ਜਾਨਾਂ ਗਈਆਂ ਹਨ। ਉਹਨਾਂ ਨੂੰ ਚੰਗੀਆਂ ਸੁੱਖ ਸਹੂਲਤਾਂ, ਖੂਬਸੂਰਤ ਮਾਲ, ਚੌੜੀਆਂ ਸੜਕਾਂ ਜਾਂ 24 ਘੰਟੇ ਬਿਜਲੀ ਦੇ ਨਾਮ ਹੇਠ ਹੋਏ ਵਿਕਾਸ ਲਈ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਆਰਥਿਕ ਵਿਕਾਸ ਜ਼ਰੂਰੀ ਹੈ, ਪਰ ਇਸ ਤੋਂ ਵੀ ਜ਼ਰੂਰੀ ਹੈ ਆਜ਼ਾਦੀ ਅਤੇ ਸਵੈਮਾਨ ਵਾਲੀ ਜ਼ਿੰਦਗੀ। ਸੁਪਨਾ ਪੰਜਾਬ ਨੂੰ ਕੈਲੀਫੋਰਨੀਆ ਬਣਾਉਣਾ ਨਹੀਂ, ਬਲਕਿ ਪ੍ਰਭੂ ਸੱਤਾ ਸੰਪੰਨ ਸਟੇਟ ਬਣਾਉਣਾ ਹੈ। ਸਿੱਖਾਂ ਦੀ ਸਮੱਸਿਆ ਸਰਕਾਰ ਦੀ ਚੰਗੀ ਜਾਂ ਮਾੜੀ ਕਾਰਗੁਜ਼ਾਰੀ ਦਾ ਨਹੀਂ ਹੈ, ਜੋ ਚੰਦ ਚਿਹਰੇ ਬਦਲਣ ਦੇ ਨਾਲ ਹੱਲ ਹੋ ਜਾਵੇਗੀ। ਸਿੱਖਾਂ ਦਾ ਮਸਲਾ ਉਹਨਾਂ ਵਾਅਦਿਆਂ ਨੂੰ ਪੂਰਾ ਕਰਨ ਬਾਰੇ ਹੈ ਜਿਨ੍ਹਾਂ ਤੋਂ ਭਾਰਤੀ ਲੀਡਰਸ਼ਿਪ ਮੁੱਕਰ ਚੁੱਕੀ ਹੈ। ਜਦੋਂ ਸਿੱਖ ਹੱਕਾਂ ਅਤੇ ਇੱਛਾਵਾਂ ਦੀ ਗੱਲ ਆਉਂਦੀ ਹੈ ਤਾਂ ਭਾਰਤੀ ਮੁੱਖਧਾਰਾ ਵਿੱਚ ਵਿਚਰਨ ਵਾਲੀਆਂ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ, ਬੇਸ਼ੱਕ ਉਹ ਕਾਂਗਰਸ, ਅਕਾਲੀ, ਭਾਜਪਾ ਗੱਠਜੋੜ ਜਾਂ ਆਪ ਹੋਵੇ, ਪੰਜਾਬ ਸਮੱਸਿਆ ਹੱਲ ਕਰਨ ਦੀ ਬਜਾਏ ਸਿੱਖਾਂ ਦੀ ਹੱਕ ਹਕੂਕ ਵਾਲੀ ਆਵਾਜ਼ ਨੂੰ ਦਬਾਉਣ ਲਈ ਇਕਜੁੱਟ ਹੋ ਜਾਂਦੀਆਂ ਹਨ। ਸਿੱਖਾਂ ਲਈ ਪਿਛਲੇ 7 ਦਹਾਕਿਆਂ ਦਾ ਦਿੱਲੀ ਦਰਬਾਰ ਦੇ ਗਲਬੇ ਅੰਦਰ ਰਹਿਣ ਦਾ ਤਜਰਬਾ ਇਹ ਸਪਸ਼ਟ ਕਰਦਾ ਹੈ ਕਿ ਭਾਰਤੀ ਚੋਣ ਪ੍ਰਣਾਲੀ ਇੱਕ ਖੂਬਸੂਰਤ ਭੁਲੇਖਾ ਹੈ, ਜੋ ਹਕੀਕਤ ਵਿੱਚ ਸੰਘਰਸ਼ੀਲ ਘੱਟ ਗਿਣਤੀਆਂ ਅਤੇ ਨਸਲੀ ਕੌਮਾਂ ਨੂੰ ਭਾਰਤੀ ਮੁੱਖਧਾਰਾ ਵਿੱਚ ਹੋਰ ਜਜ਼ਬ ਕਰਦਾ ਹੈ। ਦਲ ਖਾਲਸਾ ਦਾ ਐਲਾਨ। ਦਲ ਖਾਲਸਾ ਨੇ ਭਾਰਤੀ ਨਿਜ਼ਾਮ ਹੇਠ ਅਧੀਨ ਹੋਣ ਵਾਲੀਆਂ ਚੋਣਾਂ ਨੂੰ ਦੂਰ ਰਹਿਣ ਦਾ ਫੈਸਲਾ ਲਿਆ ਹੈ। ਪਿਛਲੇ 5 ਸਾਲਾਂ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੌਰਾਨ ਵਾਪਰੀਆਂ ਘਟਨਾਵਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਸ ਮੁਲਕ ਵਿੱਚ ਘੱਟ ਗਿਣਤੀਆਂ ਨੂੰ ਬਹੁ ਗਿਣਤੀ ਦੀ ਸਰਦਾਰੀ ਅਤੇ ਅਧੀਨਗੀ ਨੂੰ ਮੰਨ ਕੇ ਰਹਿਣਾ ਪਵੇਗਾ। ਘੱਟ ਗਿਣਤੀਆਂ ਅਤੇ ਦਲਿਤਾਂ ਪ੍ਰਤੀ ਨਫ਼ਰਤ, ਧਾਰਮਿਕ ਅਸਹਿਣਸ਼ੀਲਤਾ, ਸਿੱਖ ਰਾਜਸੀ ਕੈਦੀਆਂ ਪ੍ਰਤੀ ਦੋਹਰੇ ਮਾਪਦੰਡ, ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੀਆਂ ਵੱਧਦੀਆਂ ਘਟਨਾਵਾਂ ਅਤੇ ਦੋਸ਼ੀ ਪੁਲਿਸ ਅਫਸਰਾਂ ਨੂੰ ਕਾਨੂੰਨੀ ਖੁੱਲ੍ਹ ਦੇਣਾ ਸਾਡੇ ਭਾਰਤੀ ਚੋਣ ਪ੍ਰਣਾਲੀ ਤੋਂ ਦੂਰ ਰਹਿਣ ਦੇ ਫੈਸਲੇ ਨੂੰ ਹੋਰ ਮਜ਼ਬੂਤ ਕਰਦਾ ਹੈ। ਪੰਜਾਬ ਵਿੱਚ ਵਸਦੇ ਸਿੱਖਾਂ ਲਈ ਦਲ ਖਾਲਸਾ ਦਾ ਸੁਨੇਹਾ। ਜਿਹੜੇ ਸਿੱਖ ਅਕਾਲੀ, ਭਾਜਪਾ ਗੱਠਜੋੜ ਅਤੇ ਕਾਂਗਰਸ ਨੂੰ ਵੋਟਾਂ ਪਾਉਣ ਦਾ ਮਨ ਬਣਾਈ ਬੈਠੇ ਹਨ, ਉਹ ਆਪਣੇ ਆਪ ਵਿੱਚ ਸ਼ਰਮਸਾਰ ਹੋਣ ਅਤੇ 1984 ਤੋਂ ਪਹਿਲਾਂ ਅਤੇ ਬਾਅਦ ਵਿੱਚ ਇਹਨਾਂ ਪਾਰਟੀਆਂ ਵੱਲੋਂ ਸੱਤਾ ਵਿੱਚ ਆ ਕੇ ਕੀਤੇ ਜ਼ੁਲਮਾਂ, ਅਤਿਆਚਾਰਾਂ, ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ, ਸਿੱਖੀ ਵਿਰੋਧੀ ਡੇਰਿਆਂ, ਦਾਗੀ ਤੇ ਦੋਸ਼ੀ ਪੁਲਿਸ ਅਫਸਰਾਂ ਅਤੇ ਨਸ਼ਿਆਂ ਦੇ ਵਪਾਰੀਆਂ ਅਤੇ ਤਸਕਰਾਂ ਨੂੰ ਦਿੱਤੀ ਪੁਸ਼ਤ ਪਰਾਈ ਨੂੰ ਦਿਲੋਂ ਦਿਮਾਗ ਵਿੱਚ ਚੇਤੇ ਰੱਖਣ। ਪੰਜਾਬ ਦੇ ਰਾਜਨੀਤਿਕ ਪਿੜ ਵਿੱਚ ਕੁਝ ਅਜਿਹੀਆਂ ਸ਼ਖਸੀਅਤਾਂ ਨੇ ਆਪਣੇ ਆਪ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ, ਜਿਨ੍ਹਾਂ ਦੀ ਪਹੁੰਚ ਸਾਡੇ ਤੋਂ ਅਲੱਗ ਹੈ, ਪਰ ਮੰਜ਼ਿਲ ਇੱਕ ਹੈ। ਭਾਰਤੀ ਸਟੇਟ ਦੇ ਜ਼ੁਲਮੀ ਚਿਹਰੇ ਨੂੰ ਨੰਗਾ ਕਰਨ ਵਾਲਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸ਼ਹਾਦਤ ਦੇਣ ਵਾਲੇ ਜਸਵੰਤ ਸਿੰਘ ਖਾਲੜਾ ਦੀ ਧਰਮ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਆਉਂਦੇ ਹਨ। ਇਸੇ ਤਰ੍ਹਾਂ ਪੰਜਾਬ ਦੇ ਹਿੱਤਾਂ ਲਈ ਬੇਬਾਕੀ ਨਾਲ ਆਵਾਜ਼ ਬੁਲੰਦ ਕਰਨ ਵਾਲੇ ਸਮਾਜਵਾਦੀ ਆਗੂ ਡਾਕਟਰ ਧਰਮਵੀਰ ਸਿੰਘ ਗਾਂਧੀ ਵੀ ਚੋਣ ਮੈਦਾਨ ਵਿੱਚ ਹਨ। ਦਲ ਖਾਲਸਾ ਭਾਰਤੀ ਨਿਜ਼ਾਮ ਹੇਠ ਹੋ ਰਹੀਆਂ ਚੋਣਾਂ ਵਿੱਚ ਹਿੱਸਾ
ਨਾ ਲੈਣ ਦੇ ਆਪਣੇ ਸਟੈਂਡ ਤੇ ਦ੍ਰਿੜ ਰਹਿੰਦਿਆਂ ਹੋਇਆਂ ਮਾਨ ਸਾਹਿਬ, ਬੀਬੀ ਖਾਲੜਾ ਅਤੇ ਡਾਕਟਰ ਗਾਂਧੀ ਨੂੰ ਸ਼ੁਭ ਕਾਮਨਾਵਾਂ ਦਿੰਦਾ ਹੈ। ਸੋ ਬਿਲਕੁਲ ਤੁਸੀਂ ਦਲ ਖਾਲਸਾ ਦੀ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਸੁਣੀ ਆ। ਉਸ ਦੇ ਵਿੱਚ ਉਹਨਾਂ ਨੇ ਇਹਨਾਂ ਲੋਕ ਸਭਾ ਇਲੈਕਸ਼ਨਾਂ ਦਾ ਬਾਈਕਾਟ ਕੀਤਾ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਕਈ ਪਾਰਟੀਆਂ ਜਿਹੜੀਆਂ ਆ ਉਹ ਆਪਣੇ ਆਪ ਨੂੰ ਪੰਥਕ ਦੱਸ ਕੇ ਲੰਮੇ ਸਮੇਂ ਤੋਂ ਪੰਜਾਬ ਦੇ ਲੋਕਾਂ ਦੀਆਂ ਵੋਟਾਂ ਲੈ ਲੈਂਦੀਆਂ ਨੇ, ਪਰ ਅਜੇ ਤੱਕ ਪੰਜਾਬ ਦੇ ਕੋਲ ਆਪਣੀ ਰਾਜਧਾਨੀ ਹੈ ਨਹੀਂ। ਪਾਣੀਆਂ ਦੇ ਉੱਤੇ ਜਿਹੜਾ ਡਾਕਾ ਆ ਉਹ ਪਿਆ ਆ, ਨੌਜਵਾਨ ਜੇਲ੍ਹਾਂ ਦੇ ਵਿੱਚ ਬੰਦ ਨੇ। ਪੰਜਾਬੀ ਬੋਲੀ ਦੀ ਗੱਲ ਕਰ ਲਈ ਜਾਵੇ ਤਾਂ ਇੱਥੇ ਪੰਜਾਬੀ ਬੋਲੀ ਦੇ ਸਬੰਧ ਦੇ ਵਿੱਚ ਵੀ ਕਈ ਮੋਰਚੇ ਜਿਹੜੇ ਆ ਉਹ ਲਾਉਣੇ ਪਏ ਆ ਤੇ ਅਜੇ ਵੀ ਉਹ ਜੱਦੋਜਹਿਦ ਜਿਹੜੀ ਆ ਉਹ ਜਾਰੀ ਆ। ਇਸ ਦੇ ਨਾਲ ਨਾਲ ਜਿਹੜੇ ਪ੍ਰਵਾਸੀ ਇੱਥੇ ਆਉਂਦੇ ਆ ਉਹਨਾਂ ਦੇ ਕਰਕੇ ਪੰਜਾਬ ਦਾ ਜਿਹੜਾ ਸੱਭਿਆਚਾਰ ਤੇ ਸੰਸਕ੍ਰਿਤੀ ਆ ਉਹ ਵੀ ਬਦਲ ਰਹੀ ਆ। ਸੋ ਅਜਿਹੀਆਂ ਗੱਲਾਂ ਵੱਲ ਧਿਆਨ ਜਿਹੜਾ ਨਹੀਂ ਦਿੱਤਾ ਜਾ ਰਿਹਾ। ਇਸ ਦੇ ਨਾਲ ਨਾਲ ਇੱਕ ਵੱਖਰੇ ਖਿੱਤੇ ਦੀ ਮੰਗ ਜਿਹੜੀ ਆ ਉਹ ਵੀ ਕੀਤੀ ਜਾ ਰਹੀ ਆ। ਜਿਵੇਂ ਕਿ ਤੁਸੀਂ ਪ੍ਰੈਸ ਕਾਨਫਰੰਸ ਤੋਂ ਬਾਅਦ ਦੇ ਵਿੱਚ ਸੁਣਿਆ ਕਿ ਪੂਰੇ ਦਾ ਪੂਰਾ ਜਿਹੜਾ ਪ੍ਰੈਸ ਨੋਟ ਆ ਉਹ ਵੀ ਸਰਦਾਰ ਕੰਵਰਪਾਲ ਸਿੰਘ ਬਿੱਟੂ ਜਿਹੜੇ ਨੇ ਉਹਨਾਂ ਨੇ ਪੜ੍ਹ ਕੇ ਸੁਣਾਇਆ ਆ। ਸੋ ਇਹ ਪ੍ਰੈਸ ਕਾਨਫਰੰਸ ਜਿਹੜੀ ਆ ਅੱਜ ਕੀਤੀ ਗਈ ਸੀ, ਜਿਹੜੀ ਤੁਸੀਂ ਸੁਣੀ ਆ। ਚੋਣਾਂ ਦਾ ਬਾਈਕਾਟ ਕੀਤਾ ਆ ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਸਿਮਰਨਜੀਤ ਸਿੰਘ ਮਾਨ, ਬੀਬੀ ਪਰਮਜੀਤ ਕੌਰ ਖਾਲੜਾ ਤੇ ਇਸ ਤੋਂ ਇਲਾਵਾ ਡਾਕਟਰ ਧਰਮਵੀਰ ਗਾਂਧੀ, ਜਿਨ੍ਹਾਂ ਦਾ ਜਿਹੜਾ ਆ ਉਹ ਨਿਸ਼ਾਨਾ ਇੱਕ ਹੀ ਆ, ਜਿਹੜਾ ਕਿ ਜਿਹਦੀ ਗੱਲ ਦਲ ਖਾਲਸਾ ਕਰਦਾ ਆ, ਉਹਨਾਂ ਦੀ ਜਿਹੜੀ ਇਲੈਕਸ਼ਨ ਲੜਨ ਦੇ ਵਿੱਚ ਦਿਲਚਸਪੀ ਆ, ਉਸ ਦੇ ਵਾਸਤੇ ਦਲ ਖਾਲਸਾ ਨੇ ਉਹਨਾਂ ਨੂੰ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਨੇ। ਸੋ ਇਸ ਇਲੈਕਸ਼ਨ ਦੇ ਬਾਈਕਾਟ ਦਾ ਜਿਹੜਾ ਅਸਰ ਆ ਉਹ ਕਿੰਨਾ ਕੁ ਹੁੰਦਾ ਆ ਜਾਂ ਲੋਕ ਇਸ ਗੱਲ ਨੂੰ ਕਿੰਨਾ ਕੁ ਸਮਝਦੇ ਆ ਕਿ ਬੀਤੇ ਸਮੇਂ ਦੇ ਵਿੱਚ ਕਿੰਨਾ ਕੁ ਸਾਡਾ ਜਿਹੜਾ ਆ ਉਹ ਪੰਥਕ ਪਾਰਟੀਆਂ ਨੇ ਵੋਟਾਂ ਲੈ ਕੇ ਕੀ ਸਵਾਰਿਆ ਜਾਂ ਕੀ ਕੁਝ ਕੀਤਾ। ਸੋ ਬੜੀ ਇੱਕ ਡੂੰਘਾਈ ਨਾਲ ਸੋਚਣ ਵਾਲੀ ਗੱਲ ਆ ਕਿ ਪੰਜਾਬ ਦੇ ਕੋਲ ਰਾਜਧਾਨੀ ਵੀ ਹੈ ਨਹੀਂ, ਪਾਣੀ ਵੀ ਖੋਏ ਜਾ ਰਹੇ ਆ ਤੇ ਹੋਰ ਵੀ ਬਹੁਤ ਕੁਝ ਜਿਹੜਾ ਆ ਨਿਕਲ ਕੇ ਸਾਹਮਣੇ ਆ ਰਿਹਾ। ਸੜਕਾਂ ਬਣਾ ਦਿੱਤੀਆਂ ਜਾਂਦੀਆਂ ਨੇ, ਮਾਲ ਬਣਾ ਦਿੱਤੇ ਜਾਂਦੇ ਨੇ, ਹੋਰ ਕਈ ਚੀਜ਼ਾਂ ਬਣਾ ਦਿੱਤੀਆਂ ਜਾਂਦੀਆਂ। ਉਸ ਦੇ ਨਾਮ ਦੇ ਉੱਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਾਂ ਦਲ ਖਾਲਸਾ ਦਾ ਕਹਿਣਾ। ਸੋ ਇਸ ਗੱਲਾਂ ਦੇ ਉੱਤੇ ਗੌਰ ਕਰਨ ਦੀ ਜ਼ਰੂਰਤ ਹੈ। ਸੋ ਤੁਸੀਂ ਸਮੁੱਚੀ ਪ੍ਰੈਸ ਕਾਨਫਰੰਸ ਸੁਣੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਇਸ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ ਤੇ ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।